ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹੱਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਬਖਤੌਰ ਸਿੰਘ ਢਿੱਲੋਂ, ਜਸਵੀਰ ਸਿੰਘ ਭੱਟੀ ਤੇ ਨੀਲ ਭਲਿੰਦਰ ਜੀ ਤੋਂ ਇਲਾਵਾ ਸਮੂਹ ਪੱਤਰਕਾਰ ਸਾਹਿਬਾਨ ਵੱਲੋਂ ਆਪ ਸਭ ਦਾ ਸਵਾਗਤ ਹੈ ਜੀ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਸਮਾਂ ਸ਼ਾਮ ਦੇ 6:30 ਦਾ ਦਿਨ ਹੈ ਜੀ, ਬੁੱਧਵਾਰ ਤੇ ਤਰੀਕ ਹੈ 22 ਦਸੰਬਰ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਨੂੰ ਅਸੀਂ ਪੰਜਾਬ ਭਰ ਦੀਆਂ ਖਬਰਾਂ, ਉਹਦੇ ਉੱਤੇ ਟਿੱਪਣੀਆਂ ਅਤੇ ਚਲੰਤ ਮਸਲਿਆਂ ਦੇ ਉੱਤੇ ਗੱਲਬਾਤ ਦੇ ਨਾਲ ਨਾਲ ਸਮਾਜਿਕ ਮੁੱਦਿਆਂ ਦੇ ਉੱਤੇ ਵੀ ਤੁਹਾਡੀ ਰਾਏ ਲਈ ਜਾਂਦੀ ਹੈ। ਸੋ ਫੋਨ ਕਾਲ ਕਰਨ ਦੇ ਲਈ ਨੰਬਰ ਹੈ ਜੀ 9214410666 ਅਤੇ 9814910666। ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ। ਜਗਜੀਤ ਸਿੰਘ ਲੰਡਨ ਵੱਲੋਂ, ਵਾਸ਼ਿੰਗਟਨ ਫਰੇਟ ਸਰਵਿਸ ਸ਼ਟਲ ਵੱਲੋਂ, ਜਿਹੜੇ ਲੋਕਲ ਏਰੀਆ ਜੋਬ ਦੇ ਲਈ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੇ ਨੇ, ਡਿਸਪੈਚ ਪੰਜਾਬੀ ਅਤੇ ਇੰਗਲਿਸ਼ ਕਰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ। ਇਸ ਤੋਂ ਪਹਿਲਾਂ ਕਿ ਅੱਗੇ ਆਪਾਂ ਚੱਲੀਏ ਅਤੇ ਆਪਾਂ ਵਪਾਰਕ ਸੁਨੇਹੇ ਲੈ ਲਈਏ ਅਤੇ ਫਿਰ ਜੁੜਦੇ ਹਾਂ ਜੀ। ਕਰੋ ਕਮਾਈਆਂ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 5406560985 ਤੇ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹੱਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care। ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਫੋਨ ਲਾਈਨ 'ਤੇ ਜੁੜ ਗਏ ਨੇ। ਭੱਟੀ ਸਾਹਿਬ, ਗੁਰਫਤਿਹ ਕਬੂਲ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ ਜੀ। ਮਾਝੇ ਦੇ ਜਰਨੈਲਸ ਦੇ ਉੱਤੇ ਲੁੱਕਆਊਟ ਨੋਟਿਸ ਜਾਰੀ ਹੋ ਗਿਆ। ਕੀ ਕੁਛ ਅਪਡੇਟ ਹੈ ਜੀ? ਘਰ ਦੇ ਹਾਲਾਤ ਕੀ ਨੇ? ਪੱਤਰਕਾਰ ਵੀ ਤਾਂ ਤੁਹਾਨੂੰ ਪਤਾ ਵੀ ਗਲੀ ਜਿਹੜਾ ਹੈ ਉਹ ਲੈਂਦੇ ਫਿਰਦੇ ਹੋਣੇ ਆ, ਵਿੜਕਾਂ ਭੰਨਦੇ ਫਿਰਦੇ ਹੋਣੇ ਆ, ਵੀ ਕੀ ਬਣੂ ਜੀ? ਜਿਹੜੀ ਗੱਲ ਮਾਝੇ ਦੇ ਜਰਨੈਲ ਦੀ ਹੈ ਜੀ, ਕਈ ਵਾਰੀ ਇਹੋ ਜਿਹੇ ਹਾਲਾਤ ਬਣ ਜਾਂਦੇ ਤੇ ਹੱਥਾਂ ਦੀਆਂ ਜਿਹੜੀਆਂ ਦਿੱਤੀਆਂ ਨੇ ਉਹ ਦੰਦਾਂ ਦਾ ਖੁੱਲ੍ਹਣੀਆਂ ਪੈਂਦੀਆਂ।
ਅੱਜ ਹਾਲਾਤ ਮਾਝੇ ਦੇ ਜਰਨੈਲ ਦੇ ਕੁਝ ਇਸ ਤਰ੍ਹਾਂ ਦੇ ਬਣੇ ਆ ਜੀ ਕਿਉਂਕਿ ਉਹਦੇ ਘਰ ਕੁਝ 20-25 ਬੰਦੇ ਬੈਠੇ ਸੀ, ਉਸਨੂੰ ਪੱਤਰਕਾਰ ਗਏ ਦੇਖਣ ਵਾਸਤੇ ਤੇ ਉਹ ਕਹਿੰਦੇ ਜੀ ਤੁਸੀਂ ਨਹੀਂ ਅੰਦਰ ਜਾ ਸਕਦੇ, ਨਹੀਂ ਆ ਸਕਦੇ। ਅੱਛਾ ਜੀ, ਮਤਲਬ ਉਹਨਾਂ ਨੂੰ ਅੱਜ ਜਿਹੜੇ ਪੱਤਰਕਾਰ ਉਹ ਵਿਜੀਲੈਂਸ ਟੀਮ ਲੱਗਦੇ ਵੇਖੇ। ਅੱਛਾ ਅੰਦਰੋਂ ਇੱਕ ਬੰਦਾ ਉਹਦਾ ਨਹੀਂ ਜੀ ਤੁਸੀਂ ਨਹੀਂ ਜਾ ਸਕਦੇ, ਉਹ ਫਿਰ ਉਹਨੂੰ ਕਹਿੰਦਾ ਯਾਰ ਤੁਸੀਂ ਆਪਣਾ ਆਈ ਕਾਰਡ ਵਿਖਾਓ। ਇੱਕ ਬੰਦਾ ਆਈ ਕਾਰਡ ਵਿਖਾਉਂਦਾ, ਉਹ ਅੰਦਰ ਭੇਜਦਾ ਵੀ ਇਹ ਬੰਦੇ ਆਏ ਦੱਸੋ ਕੀ ਕਰਨਾ। ਅੰਦਰੋਂ ਫਿਰ ਜਿਹੜਾ ਬਾਦਲ ਕਾਲੀ ਦਾ ਜ਼ਿਲ੍ਹਾ ਪ੍ਰਧਾਨ ਆ, ਜਿਹਨੂੰ ਪਿਛਲੀ ਵਾਰੀ ਸਿਰਫ 5000 ਵੋਟਾਂ ਮਿਲੀਆਂ ਸੀ ਭਲਵਾਨ ਨੂੰ ਜੀ ਵਿਧਾਨ ਸਭਾ ਚ, ਉਹ ਬਾਹਰ ਆਉਂਦੇ ਨੇ। ਬਾਹਰ ਕੇ ਗੱਲ ਕਰਦੇ ਉਹਨੂੰ ਫਿਰ ਪੱਤਰਕਾਰ ਸਮਝਾਉਂਦੇ ਭਾਈ ਅਸੀਂ ਤੁਹਾਡੇ ਮਿਲਣ ਵਾਸਤੇ ਆਏ ਤਾਂ ਤੁਸੀਂ ਬੂਹੇ ਬੰਦ ਕਰਕੇ ਬੂਹੇ ਬੈਠੇ। ਚਾਹ ਪਾਣੀ ਤਾਂ ਪੁੱਛਣਾ ਕੀ ਹੈ, ਤੁਸੀਂ ਅੰਦਰ ਕਿਹੜਾ ਬਿਠਾ ਤਾਂ ਲਓ। ਹਾਂਜੀ, ਤੇ ਅੰਦਰ ਉਹਨਾਂ ਆਪਣੇ 20-25 ਬੰਦੇ ਬਿਠਾਏ ਸੀ ਜਿਹੜੇ ਆਪਣੇ ਕੋਈ ਜਿਹੜੇ ਹੁੰਦੇ ਆ ਕੋਈ ਲੀਡਰ ਪਾਰਟੀ ਜੀ, ਉਹਨਾਂ ਚ ਸਿਆਣਾ ਤੇ ਸੁਧਿਆ ਬੰਦਾ ਇੱਕੋ ਹੀ ਨਹੀਂ ਸੀ। ਉਹ ਤਾਂ ਫਿਰ ਉਸ ਟਾਈਮ ਤੇ ਫਿਰ ਡਾਂਗ ਛੋਟੇ ਵਾਲੇ ਬਿਠਾ ਲੈਂਦੇ ਨਾ ਕਈ ਵਾਰੀ ਵੀ ਚੱਲ। ਜੀ 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 ਜੀ। ਹੁਣ ਜਦੋਂ ਉੱਥੇ ਗਏ ਨੇ ਤੇ ਬਕਾਇਦਾ ਤੌਰ ਤੇ ਉਹਨਾਂ ਦੀ ਜਿਹੜੀ ਬੰਦੇ ਸੀ ਉਹਨਾਂ ਗੱਲ ਕੀਤੀ, ਉਹ ਜਿਹੜਾ ਕਵੇ ਜਿੰਨੇ ਜੀ ਬੜੇ ਵਧੀਆ ਜੀ ਮਜੀਠਾ ਸਾਹਿਬ ਨੂੰ ਝੂਠੇ ਕੇਸ ਕਰਾਇਆ ਗਿਆ ਜੀ, ਗਲਤ ਕੇਸ ਕਰਾਇਆ ਗਿਆ। ਅੱਜ ਤੁਸੀਂ ਵੇਖੋ ਨਾ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਆਗੂ ਵੀ ਲੱਗੇ ਨੇ ਬਕਾਇਦਾ ਤੌਰ ਤੇ ਵੀ ਝੂਠੇ ਕੇਸ ਬਿਠਾਇਆ ਜਾ ਰਿਹਾ, ਜੇ ਕੀਤਾ ਜਾ ਰਿਹਾ, ਜੇ ਉਹ ਕੀਤਾ ਜਾ ਰਿਹਾ। ਲੇਕਿਨ ਜਿਨ੍ਹਾਂ ਦੇ ਬੱਚੇ ਤਬਾਹ ਹੋ ਗਏ ਆ, ਜਿਨ੍ਹਾਂ ਦੇ ਬੱਚਿਆਂ ਦੀਆਂ ਸੁਰੀਆਂ ਜਿਹੜੀਆਂ ਉਹ ਰਹਿ ਗਈਆਂ ਨਾ ਨਾੜਾਂ ਦੇ ਵਿੱਚ ਦੁਨੀਆ ਤੋਂ ਚਲੇ ਗਏ ਨੇ, ਜੀ ਜੀ, ਉਹਨਾਂ ਨੂੰ ਪੁੱਛ ਕੇ ਵੇਖੋ ਕੀ ਕਹਿੰਦੇ ਆ। ਭਾਵੇਂ ਕਿ 6000 ਕਰੋੜ ਰੁਪਏ ਦੇ ਨਸ਼ਾ ਸਕੈਂਡਲ ਦੇ ਵਿੱਚ ਕਿੰਗ ਪਿਨ ਜਿਹੜਾ ਉਹ ਜਗਦੀਸ਼ ਭੋਲਾ ਜੀ, ਲੇਕਿਨ ਇਹਨਾਂ ਨੇ ਮਜੀਠੀ ਦੇ ਖਿਲਾਫ 17 ਸਾਲ FIR ਬਨੂੜ ਵਹੀ ਸੀ, ਉਹਦੇ ਬਿਹਾਵ ਤੇ FIR ਦਰਜ ਕਰਕੇ ਤੇ ਬਕਾਇਦਾ ਤੌਰ ਤੇ ਦੋਸ਼ੀ ਠਹਿਰਾਇਆ ਗਿਆ, ਦੋਸ਼ੀ ਹੈ ਜੀ। ਹੁਣ ਉਹਦੀ ਜਿਹੜੀ ਟੀਮ ਬਣਾਈ ਹੈ ਜੀ, 3 ਮੈਂਬਰੀ ਟੀਮ, ਉਹਨਾਂ ਦੇ ਵੀ ਬੜੇ ਦੋਸ਼ ਲਾਉਂਦੇ ਜੀ, ਵੇਖੋ ਜੀ ਇਹ ਦੋਸ਼ੀ ਬੰਦੇ ਜੀ, ਇਹ ਕਰਪਟ ਬੰਦੇ ਜੀ, ਫਲਾਣੇ ਬੰਦੇ ਜੀ, ਮਾੜੇ ਬੰਦੇ ਜੀ, ਕਈ ਗੱਲਾਂ ਤੋਂ ਇਲਜ਼ਾਮ ਲਾਉਂਦੇ ਆ ਜੀ। ਹੁਣ ਟੀਮ ਜਿਹੜੀ ਸੈੱਟ ਬਣਾਈ ਆ, ਉਹ ਫਿਰ ਉਹਦੀ ਜਿਹੜੀ ਲੋਕੇਸ਼ਨ ਜਿਹੜੀ ਚਿੱਪ ਦੀ ਵੇਖ ਕੇ ਉਹਨੇ ਜੋ ਗਈ ਤੇ ਉਹਦੇ ਘਰ ਗਿਆ ਤੇ ਘਰ ਜਿਹੜਾ ਸੀ ਉਹਦੇ ਟੇਬਲ ਤੇ ਮੋਬਾਈਲ ਪਿਆ ਸੀ ਤੇ ਆਪ ਘਰ ਨਹੀਂ ਸੀ ਜੀ, ਆਪ ਤਾਂ ਵਾਕਈ ਰਹਿਣਾ ਨਹੀਂ ਉੱਥੇ, ਉਹਨੇ ਆਪ ਤੇ ਕਿਤੇ ਗਿਆ ਹੋ। ਲੇਕਿਨ ਹੁਣ ਤੁਸੀਂ ਇਹ ਚੀਜ਼ ਵੇਖੋ ਕਿ ਭਾਵੇਂ ਮਜੀਠੀਆ ਸਾਹਿਬ ਚਲੇ ਗਏ ਨੇ, ਕਿੱਥੇ ਚਲੇ ਗਏ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਜੀ। ਇੱਕ ਮੈਨੂੰ ਫੋਨ ਆਇਆ ਅੱਜ ਵੀ ਜਿਹੜੇ ਸਾਡੇ ਅੱਗੇ ਪੰਥਕ ਆਗੂ ਨੇ ਯੂਨਾਈਟਿਡ ਅਕਾਲੀ ਦੇ ਸਾਬਕਾ ਜਨਰਲ ਸੈਕਟਰੀ ਨੇ ਪਰਮਜੀਤ ਸਿੰਘ ਜਿਜਿਆਣੀ, ਉਹ ਕਹਿੰਦੇ ਮੈਨੂੰ ਵੇਖੋ ਜੀ ਸ਼ੱਕ ਪੈਂਦਾ ਵੀ ਜਿਹੜੇ ਮਜੀਠੀਆ ਸਾਹਿਬ ਉਹ ਕੈਪਟਨ ਸਾਹਿਬ ਦੇ ਸਿਸਵਾ ਫਾਰਮ ਚ ਹੋਣਗੇ। ਅੱਛਾ ਜੀ, ਉੱਥੇ ਜਾ ਕੇ ਰੇਡ ਕਰ ਲਓ, ਸ਼ਾਇਦ ਮਿਲ ਜਾਣਗੇ ਤੁਹਾਨੂੰ, ਤੁਸੀਂ ਅੱਖੀ ਨੇ ਹੱਥ ਤੇ ਮਾਰਦੇ ਫਿਰਦੇ ਵੀ ਜੇ ਕੈਪਟਨ ਸਾਹਿਬ ਉਹਨਾਂ ਦੇ ਹੱਥ ਚ ਜਿਹੜੀ ਉਹਨਾਂ ਦੇ ਨਾਲ ਸਿਕਿਉਰਿਟੀ ਹੈ ਕੇਂਦਰ ਵਾਲੀ, ਤੁਸੀਂ ਉਹੀ ਕਰ ਲਓ ਜੋ ਲੁੱਕਆਊਟ ਨੋਟਿਸ ਜਾਰੀ ਹੈ। ਤਾਂ ਗ੍ਰਹਿ ਮੰਤਰਾਲੇ ਜਿਹੜੀ ਸਿਕਿਉਰਿਟੀ ਆ ਉਹ ਕਿਸੇ ਅਪਰਾਧੀ ਨੂੰ ਛੁਪਾਉਣ ਦੇ ਵਿੱਚ ਤਾਂ ਨਹੀਂ ਨਾ ਮਦਦ ਕਰ ਸਕਦੀ, ਜਦੋਂ ਉਹਨਾਂ ਦੇ ਬੰਦੇ ਨੂੰ ਕਿਹਾ ਵੀ ਦੱਸ। ਬੁਲਾਨੇ ਵਾਲੇ ਚ ਅੰਦਰ ਦੀ ਗੱਲ ਜਿਹੜੀ ਇਹ ਆ, ਉਹ ਇਹਨੂੰ ਫੜਨਾ ਨਹੀਂ ਚਾਹੁੰਦੇ, ਉਹ ਇਹਨੂੰ ਕੋਰਟ ਕੋਲੋਂ PO ਕਰਾਰ ਦਵਾਉਣਾ ਚਾਹੁੰਦੇ। ਅੱਛਾ ਜੀ, ਕਿ PO ਕਰਾਰ ਦੇ ਨਾ ਇੱਥੇ ਆ ਸਕੇ, ਨਾ ਜਾ ਸਕੇ, ਨਾ ਕੋਈ ਇਲੈਕਸ਼ਨ ਲੜ ਸਕੇ, ਨਾ ਵਿਚਰ ਸਕੇ, ਨਾ ਕੋਈ ਬਿਆਨ ਦੇ ਸਕੇ ਜੀ। ਹੁਣ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਕੱਲ ਤੱਕ ਬਕਾਇਦਾ ਤੌਰ ਤੇ 20 ਨੂੰ FIR ਦਰਜ ਹੁੰਦੀ ਹੈ ਤੇ ਉਹਨਾਂ ਦਾ ਟਵਿੱਟਰ ਅਕਾਊਂਟ ਕੱਲ ਵੀ ਚੱਲਦਾ। ਉਹ ਤਾਂ ਚੱਲਣੇ ਹੀ ਚੱਲਣੇ, ਅੱਜ ਕਿਹੜਾ ਬੰਦ ਹੋ ਗਿਆ ਹੋਊਗਾ। 21 ਤਰੀਕ ਨੂੰ ਉਹਨਾਂ ਆਪਣੇ ਟਵਿੱਟਰ ਤੇ ਬਕਾਇਦਾ ਤੌਰ ਤੇ ਭਾਈ ਜੈਤਾ ਜੀ ਦੇ ਸ਼ਰਧਾਂਜਲੀ ਭੇਟ ਕੀਤੀ ਉਹਨਾਂ ਦੀ ਬਰਸੀ ਦੇ ਉੱਤੇ, ਤੇ ਜਿਹੜਾ ਅੱਜ ਉਹਨਾਂ ਦਾ ਟਵਿੱਟਰ ਅਕਾਊਂਟ ਸ਼ਾਂਤ ਅੱਜ। ਅੱਛਾ, ਅੱਜ ਸ਼ਾਂਤ ਹੈ, ਅੱਜ ਸਾਡਾ ਚ ਉੱਤੇ ਕੁਛ ਨਹੀਂ ਆਇਆ। ਹੁਣ ਤੁਹਾਨੂੰ ਪਤਾ ਵੀ ਵਿਕਰਮ ਸਿੰਘ ਮਜੀਠੀਆ ਤੇ ਆਪਣੇ ਤੁਹਾਡੇ ਜਿਹੜੇ ਮਾਨਯੋਗ ਟਰਾਂਸਪੋਰਟ ਮੰਤਰੀ ਨੇ ਰਾਜਾ ਵੜਿੰਗ ਜੀ, ਇਹ 2 ਬੰਦੇ ਨਸ਼ੇ ਨੂੰ ਲੈ ਕੇ ਵਿਧਾਨ ਸਭਾ ਚ ਰੋਏ ਸੀ। ਵਿਕਰਮ ਮਜੀਠੀਆ ਵੀ ਰੋਇਆ ਸੀ। ਅੱਛਾ ਜੀ, ਇਹ ਰੋਇਆ ਸੀ ਵੀ ਜਿਸ ਤਰੀਕੇ ਨਾਲ ਮੇਰੇ ਤੇ ਸੰਗੀਨ ਇਲਜ਼ਾਮ ਲਾਏ ਜਾ ਰਹੇ ਆ, ਭਾਵੇਂ ਉਹਨਾਂ ਚ ਸੱਚਾਈ ਕੋਈ ਨਹੀਂ ਹੈਗੀ, ਲੇਕਿਨ ਮੇਰੇ ਮਾਂ ਪਿਓ ਦਾ ਮੇਰੇ ਨਾਲ ਬੋਲਚਾਲ ਨਹੀਂ ਹੈਗਾ ਅੱਜ। ਮੈਂ ਬਥੇਰੀ ਉਹਨਾਂ ਨੂੰ ਸੈਟੀਸਫਾਈ ਕਰਾਉਣ ਦੀ ਕੋਸ਼ਿਸ਼ ਕਰਦਾ, ਲੇਕਿਨ ਨਾ, ਉਹ ਮੰਨਣ ਲਈ ਤਿਆਰ ਨਹੀਂ। ਇਹ ਵੀ ਰੋਇਆ ਸੀ, ਰਾਜਾ ਵੜਿੰਗ ਵੀ ਰੋਇਆ ਸੀ ਜਦੋਂ ਉਹਨੇ ਇੰਨੀ ਗੱਲ ਕਹੀ ਸੀ, ਵੇਖੋ ਜੀ ਮੇਰੇ ਤੇ ਪਰਚਾ ਦਰਜ ਕਰਤਾ, ਮੇਰਾ ਕਸੂਰ ਦੱਸੋ ਕੀ ਹੈ। ਤੇ ਉਦੋਂ ਵਿਕਰਮ ਨੇ ਉੱਠ ਕੇ ਕਿਹਾ ਸੀ ਇੰਨੀ ਗੱਲ, ਰਾਜਾ ਅਮਰਿੰਦਰ ਤੂੰ ਅੱਜ ਇੱਕ ਐਫਆਈਆਰ ਮੈਨੂੰ ਪੁੱਛ ਕੇ ਵੇਖ, ਮੇਰਾ ਅੰਦਰ ਦਿਲ ਰੋਂਦਾ ਵਾ।
ਕਿੱਦਾਂ ਮੈਂ ਆਪਣੇ ਘਰੋਂ ਵੀ ਕੱਢਿਆ ਤੇ ਬਾਹਰੋਂ ਵੀ ਕੱਢਿਆ। ਬਾਹਰ ਦੇ ਲੋਕਾਂ ਨੂੰ ਨਸ਼ਾ ਤਸਕਰ ਕਹਿੰਦੇ, ਘਰ ਦੇ ਮੈਨੂੰ ਘਰ ਨਹੀਂ ਬਣ ਜਾਂਦੇ ਵੀ ਤੂੰ ਉਹ ਗਲਤ ਕੰਮ ਕਰ। ਇਸ ਕਰਕੇ ਇਹ ਰੋਏ ਸੀ ਉਦੋਂ ਜੀ। ਹੁਣ ਕਈ ਗੱਲ ਕਹਿੰਦੇ ਆ, ਕਈ ਨੂੰ ਪੁੱਛੀਏ ਨਾ, ਉਹ ਕਹਿੰਦੇ ਯਾਰ ਇਹਦੇ ਖਿਲਾਫ ਫੱਫੇ ਦਰਜੇ ਦਾ ਕੀ ਗੱਲ, ਨਸ਼ਾ ਗਾਇਬ ਹੋ ਜਾਊ ਉੱਥੋਂ? ਗਾਇਬ ਤਾਂ ਨਹੀਂ ਹੋਊਗਾ, ਗਾਇਬ ਨਹੀਂ ਹੁੰਦਾ, ਪਰ ਸਰਪ੍ਰਸਤੀ ਤਾਂ ਨਹੀਂ ਹੋਣੀ ਚਾਹੀਦੀ ਨਾ। ਸਰਪ੍ਰਸਤੀ ਜਿਹੜੀ ਆ ਉਹਨੂੰ ਜੋ ਸਜ਼ਾ ਮਿਲੂਗੀ ਆਟੋਮੈਟਿਕਲੀ ਕੋਈ ਨਾ ਕੋਈ ਫਰਕ ਤਾਂ ਪਊਗਾ। ਸੁਖੀ ਰੰਧਾਵੇ ਨੇ ਆਪਣੀ ਇੰਟਰਵਿਊ 'ਚ ਇੰਨੀ ਗੱਲ ਕਹੀ ਹੈ ਵੀ ਜੇ ਮੈਂ ਕਹਾਂ ਨੇ ਮੈਂ ਨਸ਼ਾ ਖਤਮ ਕਰ ਦੂੰਗਾ, ਨਸ਼ਾ ਪੰਜਾਬ 'ਚੋਂ ਖਤਮ ਨਹੀਂ ਹੋ ਸਕਦਾ। ਜੀ। ਪੰਜਾਬ ਦਾ ਤੇ ਨਸ਼ਿਆਂ ਦਾ ਜਿਹੜਾ ਮੇਲ ਜੋਲ ਉਹ ਬੜਾ ਪੁਰਾਣਾ ਸ਼ੁਰੂ ਤੋਂ ਹੀ। ਹੁਣ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਕਹਿੰਦੇ ਸੀ ਬੜੀ ਫੀਮ ਖਾਂਦਾ ਸੀ ਜੀ, ਉਹ ਤਾਂ ਨਸ਼ਾ ਹੀ ਸੀ ਨਾ। 1987 ਤੋਂ ਪਹਿਲਾਂ ਜਦੋਂ ਬਾਰਡਰ ਤੇ ਤਾਰਾਂ ਨਹੀਂ ਲੱਗੀਆਂ ਸੀ, ਬਕਾਇਦਾ ਤੌਰ ਤੇ ਘੋੜੀਆਂ ਤੇ ਖੋਤੀਆਂ ਤੇ ਊਠਾਂ ਤੇ ਫੀਮ ਆਉਂਦੀ ਸੀ ਤੇ ਇੱਧਰੋਂ ਮਾਲ ਜਾਂਦਾ ਸੀ, ਉੱਧਰੋਂ ਆਉਣਾ ਸੀ। ਬਿਲਕੁਲ ਬਿਲਕੁਲ, ਬੜਾ ਚਰਚਾ ਸੀ ਇਹਦੀ, ਬੜੀ ਚਰਚਾ ਸੀ। ਇਸ ਕਰਕੇ ਨਸ਼ੇ ਦਾ ਤੇ ਸਾਡਾ ਜਿਹੜਾ ਨਾ ਇਹਨਾਂ ਦਾ ਪੰਜਾਬ ਦਾ ਬੜਾ ਨੇੜਲਾ ਸੰਬੰਧ ਆ। ਹੁਣ ਤੁਸੀਂ ਬਹੁਤੇ ਲੋਕੀ ਅੱਜ ਵੀ, ਮੈਂ ਆਖਿਆ ਮੈਨੂੰ ਯਾਦ ਆਪਣੇ ਕਾਲਜ ਟਾਈਮ ਦੀ ਗੱਲ, ਸੁਖਜਿੰਦਰ ਸਿੰਘ ਵਰੀਓ ਜੋ ਐਜੂਕੇਸ਼ਨ ਮਿਨਿਸਟਰ ਹੁੰਦੇ ਸੀ, ਸਾਡੇ ਕਾਲਜ 'ਚ ਉਹ ਆਏ ਤੇ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਅਸੀਂ 55 ਕਰੋੜ ਦੀ ਸ਼ਰਾਬ ਸਰਕਾਰੀ ਠੇਕਿਆਂ ਨੂੰ ਲੈ ਕੇ ਸਾਲ 'ਚ ਪੀਂਦੇ ਹਾਂ। ਤੁਸੀਂ 10 ਸਾਲ ਤੇ ਜਿਹੜੀ ਆਪਾਂ ਜਿਹੜੀ ਘਰ ਕੱਢ ਕੇ ਪੀਂਦੇ ਉਹ 110 ਕਰੋੜ ਦੀ ਹੋ ਜਾਂਦੀ ਜੀ, ਉਹ ਡਬਲ ਹੋ ਜਾਂਦੀ। ਤੁਸੀਂ 10 ਸਾਲ ਬਕਾਇਦਾ ਤੌਰ ਤੇ ਸ਼ਰਾਬ ਛੱਡ ਕੇ ਵੇਖ ਲਓ, ਹਰ ਤੀਜੇ ਘਰ ਦੇ ਕੇ ਕਾਰ ਖੜੀ ਹੋ, ਇੰਨੀ ਸ਼ਰਾਬ ਪੀਂਦੇ ਅਸੀਂ ਜੀ। ਤੇ ਨਸ਼ਿਆਂ ਦਾ ਤੇ ਪੰਜਾਬ ਦਾ ਜਿਹੜਾ ਬੜਾ ਪੁਰਾਣਾ ਮੇਲ ਜੋਲ ਆ। ਲੇਕਿਨ ਫਿਰ ਵੀ ਕਹੀਏ ਜਿਹੜੀ ਗੱਲ ਕਹਿੰਦੇ ਲੋਕ ਵੀ, ਵੇਖੋ ਜੀ ਇਹਦੇ ਪਰਚਾ ਦਰਜ ਕਰਨਾ ਕੀ ਕੱਲੋ ਨਸ਼ੇ ਖਤਮ ਹੋ ਜਾਣਗੇ? ਨਹੀਂ, ਸਰਪ੍ਰਸਤੀ ਹਟੂਗੀ ਤੇ ਉਸ ਸਿਸਟਮ ਨੂੰ ਤੋੜਿਆ ਜਾ ਸਕਦਾ ਜੀ। ਹੁਣ ਅਗਲੀ ਗੱਲ ਕਰਦੇ ਆ ਜਿਹੜੇ ਸਾਡੇ ਹੈਗੇ ਨੇ ਇਹ ਡੀਜੀਪੀ ਅਸਤਾਨਾ ਜੀ, ਜਿਹੜੀ ਲੈਟਰ ਉਹਨਾਂ ਨੇ ਬਕਾਇਦਾ ਤੌਰ ਤੇ ਲਿਖੀ, ਚ ਟਿੱਪਣੀਆਂ ਬੜੀਆਂ ਗੰਭੀਰ ਟਿੱਪਣੀਆਂ ਕੀਤੀਆਂ। ਭਾਵੇਂ ਕਿ ਹਰਪ੍ਰੀਤ ਦੀ ਰਿਪੋਰਟ ਦੇ ਬਿਹਾਵ ਤੇ ਮੁਕੱਦਮਾ ਦਰਜ ਕੀਤਾ ਗਿਆ ਵੀ ਇਸ ਕੇਸ ਦੀ ਤਫਤੀਸ਼ ਹੋਣੀ ਚਾਹੀਦੀ ਹੈ, ਕਿਉਂਕਿ ਬਿਕਰਮ ਮਜੀਠੀਆ ਜਿਹੜਾ ਉਹ ਦੋਸ਼ੀ ਲੱਗਦਾ ਇਹਦੇ ਵਿੱਚ ਜੀ। ਜਿੰਨਾ ਚਿਰ ਬਿਕਰਮ ਮਜੀਠੀਆ ਕੋਲ ਕੁਝ ਫੜਿਆ ਨਹੀਂ ਜਾਂਦਾ ਉਹਨਾਂ ਚਿਰ ਮੈਨੂੰ ਉਮੀਦ ਨਹੀਂ ਵੀ ਇਹਨੂੰ ਸ਼ਾਇਦ ਅੰਦਰ ਰੱਖ ਸਕੋ। ਜਿੰਨਾ ਚਿਰ ਗ੍ਰਿਫਤਾਰ ਇਹਨਾਂ ਬਰਾਮਦੀ ਵੀ ਕੋਈ ਨਹੀਂ ਹੋਣੀ। ਬਿਲਕੁਲ ਬਿਲਕੁਲ, ਬਰਾਮਦੀ ਉਦੋਂ ਹੀ ਹੋਣੀ ਹੈ ਜਦੋਂ ਬਕਾਇਦਾ ਤੌਰ ਤੇ ਉਹ ਫੜਿਆ ਜਾਊਗਾ। ਹੁਣ ਇਹਦੇ ਵਿੱਚ ਮੈਂ ਸੋਚਦਾ ਵੀ ਕਈ ਇਮਾਨਦਾਰ ਅਫਸਰ ਵੀ ਹੈਗੇ ਆ। ਬਿਲਕੁਲ ਬਿਲਕੁਲ, ਇਮਾਨਦਾਰ ਅਫਸਰ ਵੀ ਹੈਗੇ ਆ। ਲੇਕਿਨ ਕਈ ਜਿਹੜੇ ਸਾਡੇ ਕਾਨੂੰਨਦਾਨ ਆ ਨਾ, ਉਹ ਇੰਨੇ ਕੁ ਦਾ ਪੇਚ ਵਾਲੇ ਹੁੰਦੇ, ਉਹਨਾਂ ਨੂੰ ਦੇਖੋ ਜੀ ਮਾਇਆ ਹੀ ਉਹਨਾਂ ਨੂੰ ਉਸ ਚੀਜ਼ ਦੀ ਮਿਲਦੀ ਹੈ, ਉਲਝਾਉਣਾ ਕਿਵੇਂ ਉਲਝਾ ਵੀ ਦਿੰਦੇ ਆ। ਲੇਲੇ ਦਾ ਕੁੱਤਾ ਕਿਵੇਂ ਬਣਾਉਣਾ। ਅੱਜ ਅਸੀਂ ਇਹ ਗੱਲ ਕਹਿੰਦੇ ਵੀ ਬਿਕਰਮ ਮਜੀਠੀਆ ਜਿਹੜਾ ਉਹ ਸਰਪ੍ਰਸਤੀ ਕਰਦਾ ਸੀ ਉਹਨਾਂ ਦੀ। ਕੀ ਗੁਜਰਾਤ ਦੇ ਵਿੱਚ 3000 ਕਰੋੜ ਦੇ 3000 ਕਿਲੋ ਜਿਹੜਾ ਨਸ਼ਾ ਫੜਿਆ ਗਿਆ, 21000 ਕਰੋੜ ਦਾ ਜੀ, ਜਿਹੜਾ ਹੁਣ ਵੀ ਲਗਾਤਾਰ ਫੜਿਆ ਜਾ ਰਿਹਾ। ਬਿਲਕੁਲ ਜਗ੍ਹਾ ਤਾਂ ਫੜਿਆ ਜਾ ਰਿਹਾ। ਅਸੀਂ ਸੋਚਦੇ ਨਹੀਂ ਵੀ ਉਹਦੇ ਜਿਹੜੇ ਸਿਪਾ ਸਲਾਰ ਹੈਗੇ ਡਾਨੀ ਦੇ ਉਹਨਾਂ ਨਾਲ ਜਾਣਕਾਰੀ ਦੁਬਾਰਾ ਜ਼ਰੂਰ, ਲੇਕਿਨ ਉੱਥੇ ਪੁੱਛਣ ਵਾਲਾ ਕੋਈ ਨਹੀਂ ਹੈ ਜੀ। ਲੋਕ ਧੱਕੇ ਖਾਂਦੇ ਫਿਰਦੇ ਆ। ਅੱਜ ਸਾਡੇ ਨੌਜਵਾਨ ਰੁਜ਼ਗਾਰ ਨੂੰ ਤਰਸਦੇ ਫਿਰਦੇ ਆ ਤੇ ਉਹਨਾਂ ਕੋਲੇ ਫਿਰ ਇੱਕੋ ਰਸਤਾ ਰਹਿ ਜਾਂਦਾ ਆਪਣੀ ਨਿਰਾਸ਼ਾ ਨੂੰ ਦੂਰ ਕਰਨ ਵਾਸਤੇ, ਨਸ਼ੇ ਜੀ। ਨਸ਼ਿਆਂ ਦੇ ਵਿੱਚ ਫਿਰ ਇੰਨੇ ਲੱਗ ਜਾਂਦੇ ਫਿਰ ਅਨਿਆਈ ਮੁੱਕੇ ਵਿਚਾਰੇ ਤੇ ਦੁਨੀਆ ਤੋਂ ਚਲੇ ਜਾਂਦੇ। ਹੁਣ ਸਿਆਸਤਦਾਨਾਂ ਦੀ ਵੀ ਗੱਲ ਕਰੀਏ ਤੇ ਪੁਲਿਸ ਅਫਸਰ ਦੀ ਗੱਲ ਕਰੀਏ, ਇਹਨਾਂ ਦੀ ਮਿਲੀ ਭੁਗਤ ਦੇ ਨਾਲ ਬਹੁਤ ਸਾਰੇ ਘਰ ਤਬਾਹ ਹੋ ਗਏ। ਬਹੁਤ ਕੁਛ ਹੈ ਜੀ, ਐਵੇਂ ਤਾਂ ਨਹੀਂ। ਈਵਨ ਪੁਲਿਸ ਵਾਲਿਆਂ ਦੇ ਆਪਣੇ ਵੀ ਹੋਏ ਨੇ। ਹੋਏ ਆ, ਕਿਉਂ ਨਹੀਂ ਹੋਏ? ਪੁਲਿਸ ਦੇ ਆਪਣੇ ਵੀ ਹੋਏ ਨੇ ਕਈ। ਅੱਜ ਵੀ ਪੁਲਿਸ ਵਾਲੇ ਜਿਹੜੇ ਉਹ ਨਸ਼ਾ ਕਰਦੇ ਨੇ। ਚਲੋ ਸ਼ਰਾਬ ਦੀ ਇੱਕ ਵੱਖਰੀ ਗੱਲ ਸੀ, ਫੀਮ ਖਲਿਓ, ਇਹ ਜਿਹੜਾ ਹੈਰੋਇਨ ਦਾ ਨਸ਼ਾ ਵੀ ਕਰਦੇ ਨੇ। ਉਹਨਾਂ ਨੂੰ ਵੀ ਚਾਹੀਦਾ ਉਹ ਕਿਵੇਂ ਕਰਦੇ, ਕਿੱਥੋਂ ਆਉਂਦੇ, ਉਹਨਾਂ ਨੂੰ ਪਤਾ ਹੋਊਗਾ। ਹੁਣ ਬਿਕਰਮ ਮਜੀਠੀਆ ਭਾਵੇਂ ਹੁਣ ਬੇਕ ਸਮਝਦੇ ਬੇਕਸੂਰ ਤੇ ਚਾਹੀਦਾ ਤੇ ਸੀ ਵੀ ਜੇ ਵਾਕਈ ਉਹ ਬੇਕਸੂਰ ਸੀਗੇ ਤੇ ਉਹਨਾਂ ਨੂੰ ਹਾਈ ਕੋਰਟ ਆਪਣਾ ਵਕੀਲ ਨਹੀਂ ਸੀ ਖੜਾ ਕਰਨਾ ਚਾਹੀਦਾ ਜੀ, ਪਹਿਲਾਂ ਹੀ ਕਰ ਲੈਂਦੇ। ਬਿਲਕੁਲ, ਅੱਜ ਬਕਾਇਦਾ ਤੌਰ ਤੇ ਪੇਸ਼ ਹੋ ਕੇ ਕਹਿੰਦੇ ਦੱਸੋ ਜੀ ਜੋ ਮੈਨੂੰ ਪੁੱਛਣਾ ਮੈਂ ਤੁਹਾਨੂੰ ਦੱਸਣ ਲਈ ਤਿਆਰ ਆ, ਜੇ ਬੇਕਸੂਰ ਹੋ ਤੁਸੀਂ। ਤੇ ਜੇ ਹਾਈ ਕੋਰਟ ਦੇ ਤੁਸੀਂ ਕੋਰਟਾਂ ਚੱਕਰ ਪੈ ਗਏ ਤੇ ਫਿਰ ਕਸੂਰਵਾਰ ਤੁਸੀਂ ਆਪ ਹੀ ਹੋ ਗਏ ਵੀ ਅਸੀਂ ਕਸੂਰਵਾਰ ਸਾਡੇ ਜਿਹੜੀ ਉਹ ਕੋਰਟਾਂ ਕੋਲ ਜਿਹੜੀ ਛੋਟ ਲੈ ਜੀ। ਇਸ ਕਰਕੇ ਬਿਕਰਮ ਮਜੀਠੀਆ ਮੁਤਾਬਿਕ ਉਹਦੇ ਸਿਪਾਹ ਸਾਹਿਬ ਵੀ ਭੱਜ ਗਏ ਨੇ
ਅੱਛਾ ਜੀ। ਜਿਹੜੇ ਪਹਿਲਾਂ ਬਕਾਇਦਾ ਤੌਰ ਤੇ ਜ਼ਮਾਨਤ ਤੇ ਆਏ ਸੀ ਉਹ ਵੀ ਗਾਮਸ਼ਾ ਹੋ ਗਏ ਵੀ ਕਿਤੇ ਸਾਨੂੰ ਨਾ ਪੁਲਿਸ ਚੁੱਕ ਕੇ ਲੈ ਜਾਵੇ। ਅੱਛਾ ਜੀ। ਇਸ ਕਰਕੇ ਬਹੁਤ ਸਾਰੇ ਕਿਉਂਕਿ ਮਾਈਨਿੰਗ ਵਾਲਿਆਂ ਦਾ ਮਾਈਨਿੰਗ ਵਾਲੇ ਪੈਸਿਆਂ ਵਾਲਾ ਵੀ ਚੱਕਰ ਆ ਗਿਆ ਨਾ, ਮਾਈਨਿੰਗ ਦੇ ਪੈਸਿਆਂ ਨਾਲ ਹੀ ਇਹ ਕੰਮ ਤੋਰਿਆ ਗਿਆ। ਬਿਲਕੁਲ ਬਿਲਕੁਲ ਬਿਲਕੁਲ। ਵੇਖੋ ਸੁਖੀ ਰੰਧਾਵਾ ਨੇ ਕੀ ਕਿਹਾ, ਉਹਨੇ ਕਿਹਾ ਜਿੰਨਾ ਚਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸੀ ਪਕੜ ਰਹੀ ਆ ਸਰਕਾਰ ਦੇ ਉੱਤੇ, ਕਾਲੀ ਸਰਕਾਰ ਦੇ ਉੱਤੇ, ਉਸ ਟਾਈਮ ਦੇ ਉੱਤੇ ਕੋਈ ਮਾਫੀਆ ਨਹੀਂ ਸੀ। ਤੇ ਜਦੋਂ ਤੋਂ ਇਹ ਆਏ ਨੇ ਜੀ 2 ਬੰਦੇ, ਉਦੋਂ ਤੋਂ ਹਰ ਖੇਤਰ ਚ ਮਾਫੀਆ, ਹਰ ਖੇਤਰ ਚ ਮਾਫੀਆ, ਹਰ ਕਿਹੜੇ ਖੇਤਰ ਚ ਮਾਫੀ ਨਹੀਂ ਹੈ। ਇਸ ਕਰਕੇ ਬਾਦਲ ਸਾਹਿਬ ਬਜ਼ੁਰਗ ਨੇ ਜੀ। ਇੱਕ ਉਹਨੂੰ ਪੁੱਛਿਆ ਜੀ, ਬਾਦਲ ਸਾਹਿਬ ਕਹਿੰਦੇ ਜੀ ਮੈਨੂੰ ਤੁਸੀਂ ਲੈ ਜਾਓ, ਕਹਿੰਦਾ ਜੀ ਸਾਨੂੰ ਲਿਆਉਣ ਦੀ ਲੋੜ ਹੀ ਨਹੀਂ ਉਹਨੂੰ। ਉਹਨਾਂ ਨੂੰ ਤੇ ਉਹਦੀ ਨੂੰਹ ਦੇ ਉਹਨਾਂ ਦੇ ਮੁੰਡੇ ਦੇ ਸਾਲੇ ਨੇ ਇਹਨੇ ਘਰ ਚ ਗ੍ਰਿਫਤਾਰ ਕਰ ਰੱਖਿਆ ਤੇ ਸਾਨੂੰ ਲਿਆਉਣ ਦੀ ਕੋਈ ਲੋੜ ਨਹੀਂ। ਮਿੱਠੇ ਨੇ ਜੀ। ਇਸ ਕਰਕੇ ਮਜੀਠੀਏ ਵਾਸਤੇ ਆਉਣ ਵਾਲੇ ਦਿਨ ਜਿਹੜੇ ਭਾਵੇਂ ਕੱਲ ਨੂੰ ਉਹ ਬਰੀ ਹੋ ਜਾਵੇ ਇੱਕ ਅਲੱਗ ਮੈਟਰ ਜੀ, ਲੇਕਿਨ ਹਾਰ ਦੀ ਕੜੀ ਸੰਕਟ ਦੇ ਬੱਦਲ ਮੰਡਰਾ ਰਹੇ ਨੇ ਤੇ ਪੱਤਰਕਾਰ ਵੀ ਉਹਨਾਂ ਨੂੰ ਹੁਣ ਵਿਜੀਲੈਂਸ ਦੀ ਟੀਮ ਲੱਗਦੇ ਵੇਖਣ ਨੂੰ ਕਿ ਵੀ ਬਿਲਕੁਲ ਹਰੇਕ ਹੀ ਬੰਦਾ ਉਹ ਦੀਂਦਾ ਜੀ। ਜਿਵੇਂ ਕਾਲ ਲੈ ਲਈਏ ਜੀ, ਫਿਰ ਅੱਗੇ ਚੱਲਦੇ 92 98 149 ਤੇ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। 98 149 ਤੇ ਆਉਣੇ ਰਹੋ। ਚਲੋ ਹਾਂਜੀ ਜੀ ਜੀ ਜੀ। ਹੁਣ ਜਿਵੇਂ ਤੁਸੀਂ ਗੱਲ ਕੀ ਹੈ ਕਿ ਕਹਿੰਦੇ ਹੁੰਦੇ ਨਾ ਵੀ ਉਹ ਦੂਰੋਂ ਹੀ ਕੀ ਕਹਿੰਦੇ ਚਿੱਟੇ 'ਚ ਭੂਤ ਦਿਸਣ ਲੱਗ ਪੈਂਦੇ ਆ, ਤੇ ਹੁਣ ਕਾਲੀਆਂ ਨੇ ਕਾਲੀਆਂ ਝੰਡੀਆਂ ਫੇਰ ਕੱਢ ਲਈਆਂ ਤੇ ਮੁਰਦਾਬਾਦ ਦੇ ਨਾਅਰੇ ਲਾਉਣ ਲੱਗ ਪਏ ਆ ਜੀ। ਵੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਕਹੀ ਸੀ, ਇਹ ਆਪ ਗਏ ਸੀ ਸਾਨੂੰ ਗ੍ਰਿਫਤਾਰ ਕਰੋ। ਤੇ ਹੁਣ ਜਦੋਂ ਗ੍ਰਿਫਤਾਰੀ ਮੰਗਦੇ ਤੁਸੀਂ ਜਾਂਦੇ ਕੋਈ ਦਿਓ ਭਾਈ। ਹਾਂ ਸਿਆਣੀ ਗੱਲ ਹੈ। ਹੁਣ ਤੁਸੀਂ ਭੱਜੇ ਫਿਰਦੇ ਹੋ ਅੱਗੇ ਲਾ ਕੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਮਜੀਠੀਏ ਦੇ ਖਿਲਾਫ ਮੁਕੱਦਮਾ ਦਰਜ ਕੀਤਾ, ਤੁਸੀਂ ਜੇਲ੍ਹਾਂ ਭਰ ਦਿਆਂਗੇ ਜੀ। ਭਰੋ ਜੇਲ੍ਹਾਂ, ਫਿਰ ਵਿੜਾ ਕਿਹੜਾ ਕੋਈ ਨਹੀਂ ਹੁਣ ਤੁਸੀਂ ਦਿਓ ਜਾ ਕੇ, ਗ੍ਰਿਫਤਾਰੀ ਦਿੰਦੇ ਕੋਈ ਨਹੀਂ ਤੁਸੀਂ ਜੀ। ਹੁਣ ਜਿਹੜੇ ਇੱਕ ਬੰਟੀ ਰਮਾਣਾ ਸ਼ਾਇਦ ਨਾਲ ਹੈਗਾ, ਹਾਂਜੀ ਹਾਂਜੀ, ਉੱਥੋਂ ਵਾਲਾ ਫਰੀਦਕੋਟ, ਉਹ ਵੀ ਕਹਿੰਦਾ ਸੀ ਬੜਾ ਗਲਤ ਕਿਰਤ ਦੀ ਅਸੀਂ ਇੱਟ ਦਾ ਇੱਟ ਖੜਕਾ ਦੇਂਗੇ, ਫਲਾਣ ਕਰ ਦੇਂਗੇ, ਟੀਕ ਕਰਦੇ ਪਾਈ ਖੜਕਾਉਣੀ ਕਿ ਤੇਰੇ ਮਗਰ ਦੱਸਦੇ ਸੋਤੇ ਨਹੀਂ ਹੈਗੇ। ਇੱਟ ਦਾ ਕਾਹਦੀ ਖੜਕਾਉਣੀ ਤੁਸੀਂ। ਹੁਣ ਦਾਨੇ ਵਾਲੀਆ ਸਾਹਿਬ ਉਹ ਬਾਬੇ ਨਹੀਂ ਹੈਗੇ ਜਿਨ੍ਹਾਂ ਦੇ ਇੱਕ ਝੋਲੇ ਦੇ ਜੇ ਕੱਛਾ ਕਛਹਿਰਾ ਪਾਇਆ ਹੁੰਦਾ ਤੇ ਨਾਲ ਇੱਕ ਪਰਨਾ ਪਾਇਆ। ਬਿਲਕੁਲ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਹੁਣ ਹੈ ਨਹੀਂ ਉਹ ਗੱਲਾਂ। ਉਹ ਗੱਲਾਂ ਨਹੀਂ ਹੈਗੀਆਂ। ਇੰਡੈਵਰ ਗੱਡੀਆਂ ਦੇ ਵਿੱਚ ਘੁੰਮਣ ਵਾਲੇ ਨਾਲੇ ਅਗਲੇ ਕਹਿੰਦੇ ਜੀ ਸਾਨੂੰ ਤਾਂ ਤੁਸੀਂ ਛੱਡਿਆ ਨਹੀਂ ਕਿਸੇ ਜੋਗਾ, ਮਾਈਨਿੰਗ ਦੇ ਨੋਟ ਕਿਸੇ ਹੋਰ ਨੂੰ ਕਮਵਾ ਕੇ ਦੇਤੇ ਹੈ ਜੀ। ਜੀ 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 ਹਾਂ। ਦੂਸਰੀ ਚੀਜ਼ ਮਨਜਿੰਦਰ ਸਿੰਘ ਸਿਰਸਾ ਕੰਮ ਖਿੱਚੀ ਆਉਂਦਾ। ਉਹ ਕਹਿ ਦਿੰਦਾ ਵੀ ਫਲਾਣੇ ਨੂੰ ਮਾੜਾ ਜਿਹਾ ਫੋਨ ਕਰ ਦਿਓ ਬਲ ਲੀਡਰ ਨੂੰ ਤੁਸੀਂ। ਉਹਦਾ ਆ ਮੇਰੇ ਕੋਲ ਸਾਰਾ ਹਿਸਾਬ ਕਿਤਾਬ ਹੈਗਾ ਜੇ। ਉਹ ਲੀਡਰ ਨੂੰ ਫੋਨ ਕਰਦੇ, ਭਾਈ ਜਾਂ ਤੂੰ ਇੱਥੇ ਸਾਡੇ ਕੋਲ ਆ ਜਾ, ਨਹੀਂ ਤੇ ਇੱਥੋਂ ਫਿਰ ਈਡੀ ਦੀਆਂ ਗੱਡੀਆਂ ਤਿਆਰ ਖੜੀਆਂ ਤੇਰੇ ਵਾਸਤੇ। ਹਾਂ, ਉਹਦੇ ਕੋਲ ਵੀ ਸੰਤ ਬਹੁਤ ਆ ਨਾ, ਕੀ ਕਰੀਏ। ਹਾਂਜੀ ਹਾਂਜੀ, ਇਸ ਕਰਕੇ ਉਹਨੇ ਵੀ ਕਾਫੀ ਜਿਹੜਾ ਇਹਨਾਂ ਦਾ ਖਰਾਬ ਕਰਨਾ ਕੰਮ। ਤੇ ਉਹ ਵੀ ਉਹ ਰੋਂਦਾ ਸੀਗਾ, ਇੰਨੀ ਨਾਰਾਜ਼ਗੀ, ਇੰਨੀ ਤਾਂ ਨਹੀਂ ਨਾਰਾਜ਼ਗੀ ਉਹਨੇ ਸ਼ੋਅ ਕੀਤੀ। ਮੈਨੂੰ ਲੱਗਦਾ ਉਹ ਤਾਂ ਆਪਦਾ ਕਿ ਉਹ ਵੀ ਕਰੂਗਾ, ਜਾਂ ਤਾਂ ਬੀਜੇਪੀ ਕਹੂਗੀ ਵੀ ਭਾਈ ਦੇ ਕੁਛ ਨਾ ਕੁਛ ਹੈ। ਨਹੀਂ, ਉਹ ਆਪਣੇ ਆਪ ਨੂੰ ਰੋਂਦਾ ਸੀ। ਅੱਛਾ, ਉਹਦੇ 2-3 ਗੱਲਾਂ ਨੇ। ਇੱਕ ਇਹ ਵੀ ਚਰਚਾ ਵੀ ਮਜੀਠੀਏ ਨਾਲ ਉਹਨੂੰ ਲੈਣ ਦੇਣ ਸੀਗਾ, ਥੋੜਾ ਨਹੀਂ ਸੈਂਕੜੇ ਕਰੋੜ ਦਾ, ਜਿਹਦੇ ਕਰਕੇ ਉਹਦੀ ਮਜਬੂਰੀ ਬਣ ਗਈ ਸੀ। ਦੂਸਰਾ ਜਿਹੜੇ ਉਹਦੇ ਪ੍ਰਾਪਰਟੀ ਦੇ ਝਗੜੇ ਚੀਜ਼ਾਂ ਦੀ ਉਹਦੇ ਐਂਡ ਤੇ ਆਇਆ ਸੀ ਕੰਮ, ਤੇ ਉਹਦੇ ਵਿੱਚ ਉਹਨੂੰ ਪਤਾ ਸੀ ਮੇਰੀ ਗ੍ਰਿਫਤਾਰੀ ਵੀ ਹੋ ਸਕਦੀ, ਮੈਂ ਜੇਲ੍ਹ ਵੀ ਜਾ ਸਕਦਾ। ਬਚਾ ਤਾਂ ਦੀ ਆ ਜੀ, ਜੇ ਇਹਦੀ ਵਾਸ਼ਿੰਗ ਮਸ਼ੀਨ 'ਚ ਪੈ ਜਾਵੇ ਉਹਦਾ ਕੋਈ ਬਚਾ ਨਹੀਂ ਹੈਗਾ। ਇਸ ਕਰਕੇ ਉਹ ਵੀ ਆਪਣਾ ਕੰਮ ਕਰ ਰਿਹਾ। ਤੇ ਅੱਜ ਦੀ ਡੇਟ ਦੇ ਵਿੱਚ ਦਿੱਲੀ ਕਮੇਟੀ ਤੇ ਪੂਰਨ ਰੂਪ ਦੇ ਵਿੱਚ ਜਿਹੜਾ ਬੀਜੇਪੀ ਦਾ ਕਬਜ਼ਾ ਪੂਰਨ ਰੂਪ ਤੇ ਕਬਜ਼ਾ ਹੋ ਚੁੱਕਿਆ ਵਾ। ਸਹੀ ਗੱਲ ਆ, ਜਿਵੇਂ ਪਹਿਲਾਂ ਸਰ ਨੇ ਕਹਿੰਦੇ ਹੀ ਸੀਗੇ। ਨਹੀਂ, ਹੁਣ ਤਾਂ ਸਾਬਤ ਹੋ ਗਿਆ ਨਾ ਜੀ। ਅੱਛਾ, ਜਦੋਂ ਮਨਜਿੰਦਰ ਸਿੰਘ ਸਿਰਸਾ ਆਪਣਾ ਉਹਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ, ਅਸਤੀਫਾ ਉਹਦਾ ਪ੍ਰਵਾਨ ਹੋਣਾ ਹਾਊਸ ਦੇ ਵਿੱਚ। ਜੀ ਜੀ, ਹਾਊਸ ਬਕਾਇਦਾ ਤੌਰ ਤੇ ਡਿਸੋਲਵ ਹੋ ਚੁੱਕਾ ਵਾ ਤੇ ਨਵੀਂ ਜਿਹੜੀ ਟੀਮ ਆ ਉਹ ਅਜੇ ਬਣੀ ਨਹੀਂ। ਹੁਣ ਨਵੀਂ ਟੀਮ ਨਾ ਬਣੀ ਕਰਕੇ ਜਿਹੜਾ ਇਹਨਾਂ ਦਾ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਸੀ, ਉਹਦੇ ਖਿਲਾਫ ਕੇਸ ਕੀਤਾ ਸੀ ਇੰਦਰਮੋਲ ਨੇ ਵੀ ਮੇਰਾ ਹੱਕ ਨੇ ਖੋਇਆ, ਮੈਂ ਇੱਥੇ ਕਾਪਟ ਹੋਇਆ ਸੀ। ਜੀ ਜੀ, ਇਹ ਤਾਂ ਸ਼ਰਤਾਂ ਨਹੀਂ ਪੂਰੀਆਂ ਕਰਦੀ। ਅਦਾਲਤ ਨੇ ਉਹਦੀ ਜਿਹੜੀ ਮੈਂਬਰੀ ਖਾਰਜ ਕਰ ਦਿੱਤੀ ਤੇ ਇਹਦੀ ਬਹਾਲ ਕਰਤੀ ਇੰਦਰਮੋਲ ਜੀ। ਉਹ ਘਰ ਨੂੰ ਚਲੇ ਗਈ। ਹੁਣ ਰਹਿ ਗਿਆ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਜੀ।
ਕੁਲਵੰਤ ਸਿੰਘ ਬਾਠ ਨੇ ਕਿਹਾ ਜੀ ਮੈਨੂੰ ਦਫ਼ਤਰ ਦੇ ਦਿਓ, ਮੈਂ ਸਾਈਨ ਕਰ ਦੂੰ ਕਾਗਜ਼ਾਂ, ਲੇਕਿਨ ਮੈਂ ਤੁਹਾਡੇ ਝੂਠੇ ਬੰਦੇ ਦੇ ਸਾਈਨ ਨਹੀਂ ਜੀ ਕਰ। ਹਾਲੀ ਕਹਿੰਦੇ ਸਾਥੀ ਸੀ ਪਹਿਲਾਂ, ਐਤਕੀ ਵੱਖ ਹੋਇਆ ਉਹਦੇ ਵਿੱਚ ਬਕਾਇਦਾ ਤੌਰ ਤੇ ਕਾਲਕੇ ਨੇ ਸਰਚੇ ਨੂੰ ਕਿਹਾ ਭਾਈ ਤੇਰਾ ਅਸਤੀਫਾ ਪ੍ਰਵਾਨ ਨੂੰ ਹੈ, ਤੂੰ ਅੱਜ ਵੀ ਪ੍ਰਧਾਨ, ਅੱਜ ਵੀ ਉਹਦੇ ਉੱਥੇ ਦਿੱਲੀ ਕਮੇਟੀ ਦੇ ਬਾਹਰ ਉਹਦੇ ਦਫ਼ਤਰ ਪਰ ਤਖਤੀ ਲੱਗੀ ਹੈ, ਪ੍ਰਧਾਨ ਜਿਹੜਾ ਮਨਿੰਦਰ ਸਿੰਘ ਸਿਰਸਾ, ਤਖਤੀ ਨਹੀਂ ਕਿਸੇ ਲਾਈ ਅਜੇ ਤੱਕ ਉਹਦੀ। ਅੱਛਾ ਜੀ। ਉਹਨਾਂ ਦਾ ਕਲਰਕ ਜਾਂਦਾ, ਫਾਈਲਾਂ ਲੈ ਕੇ ਦੇ ਘਰ ਜਾਂਦਾ, ਉਹਦੇ ਘਰੋਂ ਜਾ ਕੇ ਸਾਰੇ ਸਾਈਨ ਕਰਾ ਦਿੰਦਾ। ਅੱਜ ਵੀ ਉਹ ਦਿੱਲੀ ਕਮੇਟੀ ਦਾ ਪ੍ਰਧਾਨ ਪੂਰਾ ਚੱਲਦਾ, ਫਿਰ ਉਹਦਾ ਫਿਰ ਪ੍ਰਧਾਨ ਫਿਰ ਕਬਜ਼ਾ ਨਹੀਂ, ਹੋਰ ਕੀ ਹੈ ਫਿਰ ਕਬਜ਼ਾ ਤੇ ਫਿਰ ਬੀਜੇਪੀ ਦਾ ਆਟੋਮੈਟਿਕਲੀ ਹੋ ਗਿਆ ਨਾ ਜੀ। ਸਭ ਤੋਂ ਵੱਡੀ ਗੱਲ ਹੈ ਜੀ, ਐਸਜੀਪੀਸੀ ਜਿਹੜਾ ਡਾਇਰੈਕਟਰ ਚੋਣ ਆ ਜੀ, ਡਾਇਰੈਕਟਰ ਚੋਣ ਨੇ ਬਕਾਇਦਾ ਤੌਰ ਤੇ ਐਸਜੀਪੀ ਦਿੱਲੀ ਕਮੇਟੀ ਨੂੰ ਲਿਖਿਆ ਵੀ ਮਨਜਿੰਦਰ ਸਿੰਘ ਸਿਰਸੇ ਦਾ ਕੇਸ ਵੀ ਖਾਰਜ ਹੋ ਚੁੱਕਾ ਤੇ ਉਹ ਡਿਸਕੁਆਲੀਫਾਈ ਹੋ ਜਾਏਗਾ, ਮੈਂਬਰ ਨਹੀਂ ਬਣ ਸਕਦੇ ਕੋਆਪਸ਼ਨ ਦੇ ਵਿੱਚ ਜੀ, ਤੇ ਨਵਾਂ ਮੈਂਬਰ ਦਿਓ। ਨਵਾਂ ਮੈਂਬਰ ਵਾਸਤੇ ਜਿਹੜੀ ਐਗਜ਼ੈਕਟਿਵ ਮੀਟਿੰਗ 72 ਘੰਟੇ ਨੋਟਿਸ ਤੇ ਬੁਲਾਈ ਸੀ ਐਸਜੀਪੀਸੀ, ਉਹਨਾਂ ਕਹਿਤਾ ਸੀ ਸਾਰੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਜੀ। ਹੁਣ ਪ੍ਰਧਾਨ ਉਹੀ ਹੈ, ਪ੍ਰਧਾਨ ਉਹੀ ਹੈ ਨਹੀਂ, ਪ੍ਰਧਾਨ ਨੂੰ ਦਿੱਤੇ ਆਪਣੇ ਐਸਜੀਪੀਸੀ ਦੇ ਪ੍ਰਧਾਨ ਨੂੰ। ਅੱਛਾ ਜੀ। ਤੇ ਐਸਜੀਪੀਸੀ ਦੀ ਜਿਹੜੀ 72 ਘੰਟੇ ਤੇ ਐਗਜ਼ੈਕਟਿਵ ਦੀ ਮੀਟਿੰਗ ਹੋਈ ਸੀ, ਵਿੱਚ ਇਹ ਫੈਸਲਾ ਲੈਣਾ ਸੀ ਵੀ ਦਿੱਲੀ ਕਮੇਟੀ ਵਾਸਤੇ ਨਵਾਂ ਮੈਂਬਰ ਕਿਹੜਾ ਦੇਣਾ। ਉਹ ਕਹਿੰਦੇ ਜੀ ਪ੍ਰਧਾਨ ਨੂੰ ਅਧਿਕਾਰ ਦਿੱਤੇ ਸਾਰੇ ਮੀਟਿੰਗ ਦੇ ਵਿੱਚ, ਜਿਹਨੂੰ ਮਰਜ਼ੀ ਕਰ ਦੇਵੇ ਜੀ। ਹੁਣ ਉਹ ਡਾਇਰੈਕਟਰ ਚੋਣ ਨੇ ਜਿਹੜਾ ਅਸੀਂ ਚੋਣ ਕਮਿਸ਼ਨ ਦੀ ਜਿਹੜੀ ਚਿੱਠੀ ਲਿਖੀ ਉਹਨੂੰ ਆਪਣੇ ਨੂੰ ਦਿੱਲੀ ਕਮੇਟੀ ਨੂੰ, ਦਿੱਲੀ ਨੇ ਚਿੱਠੀ ਲਿਖੀ ਐਸਜੀਪੀਸੀ ਨੂੰ ਵੀ ਆਪਣਾ ਨੋਮੀਨੇਟ ਬੰਦਾ ਕਰਕੇ ਭੇਜੋ ਜੀ। ਸਰਸੇ ਦੀ ਰਿਐਕਸ਼ਨ ਹੋ ਗਈ ਹੈ। ਹੁਣ ਪ੍ਰਧਾਨ ਸਾਹਿਬ ਨੇ ਬੰਦਾ ਕੋਈ ਨਹੀਂ ਭੇਜਿਆ ਜੀ, ਆਪਣਾ ਨਾਮ ਭੇਜਤਾ ਹਰਜਿੰਦਰ ਸਿੰਘ ਧਾਮੀ। ਅੱਛਾ ਜੀ, ਕਿਆ ਬਾਤ ਹੋ ਗਿਆ ਨਾ, ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ। ਬਿਲਕੁਲ ਸਿਆਣੀ ਗੱਲ ਹੈ। ਤੁਹਾਨੂੰ ਪਤਾ ਹੋਏਗਾ ਮੱਕੜ ਸਾਹਿਬ ਜੀ, ਅਵਤਾਰ ਸਿੰਘ ਮੱਕੜ ਜਿਹੜਾ ਐਸਜੀਪੀਸੀ ਦਾ ਵੀ ਪ੍ਰਧਾਨ ਹੁੰਦਾ ਸੀ ਤੇ ਬਕਾਇਦਾ ਤੌਰ ਤੇ ਪਟਨਾ ਸਾਹਿਬ ਕਮੇਟੀ ਦਾ ਵੀ ਪ੍ਰਧਾਨ ਹੁੰਦਾ ਜੀ। ਉਸ ਤੋਂ ਬਾਅਦ ਫਿਰ ਬਣਿਆ ਗੋਬਿੰਦ ਸਿੰਘ ਲੌਂਗੋਵਾਲ, ਉਹ ਅੰਮ੍ਰਿਤਸਰ ਐਸਜੀਪੀਸੀ ਦਾ ਪ੍ਰਧਾਨ ਸੀ, ਉਹ ਪਟਨਾ ਸਾਹਿਬ ਦਾ ਪ੍ਰਧਾਨ ਸੀ ਜੀ। ਇੰਝ ਲੱਗਦਾ ਵੀ ਹਰਜਿੰਦਰ ਸਿੰਘ ਧਾਮੀ ਨੂੰ ਹੁਣ ਐਜ ਏ ਪ੍ਰਧਾਨ ਉੱਥੇ ਵੀ ਪ੍ਰੋਡਿਊਸ ਕੀਤਾ ਜਾਵੇ। ਇਸ ਕਰਕੇ ਅੱਜ ਵੀ ਉੱਥੇ ਕਬਜ਼ਾ ਜਿਹੜਾ ਵਾ ਬੀਜੇਪੀ ਦਾ ਵਾ, ਤੇ ਹਰਜਿੰਦਰ ਸਿੰਘ ਧਾਮੀ ਹੋਰੀ ਬੜੇ ਸੌਫਟ ਕਾਰਨਰ ਬੀਜੇਪੀ ਪ੍ਰਤੀ ਜੀ। ਕਦੀ ਬਿਆਨ ਸੁਣਿਆ ਤੁਸੀਂ ਉਹਨਾਂ ਦਾ ਬੀਜੇਪੀ ਦੇ ਖਿਲਾਫ? ਸਰਕਾਰ ਖਿਲਾਫ ਹੋਏ ਨਾ, ਬੀਜੇਪੀ ਖਿਲਾਫ ਕੋਈ ਬਿਆਨ ਨਹੀਂ ਦਿੱਤਾ। ਅੱਛਾ ਜੀ ਜੀ। ਚਲੋ ਕਾਲ ਲੈ ਲਈਏ। ਹਾਂਜੀ, ਕੀ ਕਹਿੰਦੇ ਆਉਣੇ ਰੋ ਜੀ ਤੁਸੀਂ? ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੇ ਜੀ। ਸਤਿਗੁਰੂ ਬੋਲਦਾ ਜੀ ਰਮਾਣਾ ਲਵੇਰ ਸਿੰਘ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਮੇਰੇ ਨਾਲ ਜੀ ਸਾਡੇ ਨਾਲ ਗਵਾਂਢੀ ਅਕਾਲੀ ਦਲ ਚ ਆ ਗਏ ਤੇ ਮੈਂ ਤੁਰਦਾ ਫਿਰਦਾ ਤੇ ਸਾਡੀ ਨਾ ਆਸਣੇ ਗੱਲ ਚੱਲ ਪਈ, ਉਹ ਮੈਨੂੰ ਪਾਈ ਆਪ ਨੂੰ ਪਾਈ ਕਿ ਨੂੰ ਪਾਈ, ਉਹ ਕਹਿੰਦਾ ਵੀ ਤੂੰ ਤਾਂ ਫਿਰ ਅਵਾਰਾ ਕੁੱਤਾ ਹੈ। ਅੱਛਾ। ਮੈਂ ਕਿਹਾ ਜੀ ਬਿਲਕੁਲ, ਪਰ ਮੈਂ ਵੀ ਤੁਹਾਡੇ ਪਤਾ ਪਾਇਆ। ਕਹਿੰਦਾ ਹਾਂ ਵੀ ਸਾਡੇ ਪੱਕਾ ਪਤਾ ਪਾਇਆ ਹੈ। ਤੇ ਮੈਂ ਯਾਰ ਫਿਰ ਸਾਡੀ ਟੌਰ ਆ ਕਿ ਤੁਹਾਡੀ? ਕਹਿੰਦਾ ਸਾਡੀ ਟੌਰ ਆ, ਸਾਡੇ ਕੋਲ ਗੁਰੂ ਪਾਏ ਆ ਪੂਰੇ ਵਧੀਆ। ਤੇ ਮੈਂ ਕਿਹਾ ਸਾਡੀ ਟੌਰ ਆ, ਅਸੀਂ ਕਦੇ ਭਖਾਰੀਆਂ ਨੂੰ ਭੌਂਕਤਾ, ਜੀ ਕਰਿਆ ਤਾਂ ਰਾਜੇ ਨੂੰ ਵੀ ਭੌਂਕਤਾ। ਤੇ ਮੈਂ ਕਿਹਾ ਤੁਸੀਂ, ਮੈਂ ਕਿਹਾ ਮਾਲਕ ਨੇ ਤੁਹਾਡਾ ਪਤਾ ਖਿੱਚ ਕੇ ਰੱਖਣਾ ਤੇ ਤੁਹਾਡੀ ਹਿੰਮਤ ਹੀ ਨਹੀਂ ਭੌਂਕਣ ਦੀ। ਤੇ ਉਸੇ ਤਰ੍ਹਾਂ ਹੁਣ ਕੈਪਟਨ ਦੇ ਭਾਜਪਾ ਦਾ ਪੱਕਾ ਪਤਾ ਪੈ ਗਿਆ ਜੀ ਜਾਂ ਨਹੀਂ? ਤੇ ਧੰਨਵਾਦ ਇੰਨੀ ਗੱਲ ਤੇ ਦੂਸਰੇ ਨੰਬਰ ਤੇ ਵੀ ਈਡੀ ਦੀਆਂ ਰਿਪੋਰਟਾਂ ਪਤਾ ਲਾ ਕੇ ਤੇ ਹੋਰ ਕਿੰਨੇ ਕਿੰਨੇ ਪੱਟੇ ਪੈ ਰਹੇ ਜੀ। ਧੰਨਵਾਦ ਜੀ। ਸੁਣਦੇ ਆ। ਇਹ ਵੈਸੇ ਇੱਕ ਚੀਜ਼ ਹੈ, ਸੋਸ਼ਲ ਮੀਡੀਆ ਦੀ ਗੱਲ ਹੁਣ ਕਰਨੀ ਪੈ ਰਹੀ ਹੈ। ਕਹਿੰਦੇ ਉਹਨਾਂ ਕਹਿੰਦੇ ਦੁੱਖ ਕਹਿੰਦੇ ਅਕਾਲੀ ਦਲ ਨੂੰ ਨਹੀਂ ਹੋਇਆ ਮਜੀਠੀਆ ਤੇ ਪਰਚਾ ਦੇਣ ਦਾ, ਜਿੰਨਾ ਕਹਿੰਦੇ ਕੈਪਟਨ ਤੇ ਕਹਿੰਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਹੋ ਰਿਹਾ। ਬਿਲਕੁਲ ਠੀਕ ਕਹਿ ਰਹੇ ਜੀ, ਬਿਲਕੁਲ ਠੀਕ ਰਹੇ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਪਰਚੇ 'ਚ ਕੁਝ ਹੈ ਹੀ ਨਹੀਂ, ਇਹ 1 ਤਰੀਕ ਤੇ ਉੱਡ ਜਾਣਾ ਵਾ। ਮਜੀਠੀਏ ਨੂੰ ਤੇ ਜਾਂਦਿਆਂ ਜ਼ਮਾਨਤ ਮਿਲ ਜਾਣੀ ਹੈ। ਕੈਪਟਨ ਸਾਹਿਬ ਇਹ ਕਹਿ ਰਿਹਾ ਜੀ। ਕੈਪਟਨ ਸਾਹਿਬ ਦੱਸ ਰਿਹਾ ਬਕਾਇਦਾ ਤੌਰ ਤੇ, ਭਾਈ ਵੇਖੋ ਮੈਂ ਇਹ ਵਾਕਿਆ ਚਾਚਾ ਭਤੀਜਾ। ਬਿਲਕੁਲ ਭਤੀਜਾ, ਫਿਰ ਹੁਣ ਭਤੀਜਾ ਤਾਂ ਪਕਾਉਣੀ ਪਊਗੀ ਹੁਣ। ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਵਿੱਚ ਕਹਿੰਦਾ ਅਸੀਂ ਮਜੀਠੀਆ, ਮੇਰੇ ਖਿਲਾਫ ਪਰਚਾ ਦਰਜ ਕਰਕੇ ਵਿਖਾਓ ਸਹੀ, ਕਿਵੇਂ ਕਰਦੇ ਤੁਸੀਂ? ਮੈਨੂੰ ਫੜ ਕੇ ਤਾਂ ਵਿਖਾਓ ਤੁਸੀਂ, ਕਿਵੇਂ ਫੜਦੇ ਤੁਸੀਂ?
ਤੁਹਾਨੂੰ ਪਤਾ ਹੋਏਗਾ 2017 ਤੋਂ ਬਾਅਦ ਬਕਾਇਦਾ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਇੱਕ ਹਰੀਕੇ ਡੈਮ ਦੇ ਉੱਤੇ ਜਿਹੜਾ ਸੀ ਧਰਨਾ ਦਿੱਤਾ ਗਿਆ ਜੀ। ਉਹਦੇ ਵਿੱਚ ਕੈਪਟਨ ਨੇ ਕਿਹਾ ਸੀ ਵੀ ਆਪਣਾ ਧਰਨਾ ਖਤਮ ਕਰ ਦਿਓ, ਤੁਹਾਨੂੰ ਕਾਨੂੰਨੀ ਕਾਰਵਾਈ ਕਰਨੀ ਪਊ। ਤੇ ਸੁਖਬੀਰ ਸਿੰਘ ਬਾਦਲ ਨੇ ਲਲਕਾਰ ਮਾਰਿਆ ਸੀ ਵੀ ਸਾਡੇ ਖਿਲਾਫ ਪਰਚਾ ਦਰਜ ਕਰਕੇ ਵਿਖਾਵੇ ਕਿਵੇਂ ਕਰਦਾ ਕੈਪਟਨ। ਤੇ ਅਗਲੇ ਦਿਨ ਨੇ ਪਰਚਾ ਦਰਜ ਕਰਤਾ ਸੀ। ਹੁਣ ਸੁਖਬੀਰ ਨੇ ਮੁੜ ਕੇ ਇਹ ਨਹੀਂ ਕਿਹਾ ਸਾਨੂੰ ਫੜ ਕੇ ਵਿਖਾਵੇ, ਮੁੜ ਕੇ ਧਰਨਾ ਖਤਮ ਕਰਤਾ ਸੀ ਆਪਣੇ ਚਲੀ ਕਰਨਾ ਆਪਾਂ ਜੀ ਆਪਣਾ ਕੰਮ ਮੁੱਕਿਆ। ਮਤਲਬ ਮਜੀਠੀਆ ਵੀ ਲਲਕਾਰੇ ਮਾਰਦਾ ਸੀ ਜਦੋਂ ਆਪਾਂ ਆਪਣੀ ਓਵਰ ਕੌਨਫੀਡੈਂਸ ਹੋ ਜਾਂਦੇ ਮੇਰਾ ਕੋਈ ਕੀ ਵਿਗਾੜ ਲੂ, ਉਦੋਂ ਓਵਰ ਕੌਨਫੀਡੈਂਸ ਜਿਹੜੀ ਉਹ ਕਈ ਵਾਰੀ ਬਹੁਤ ਜ਼ਿਆਦਾ ਨੁਕਸਾਨ ਕਰਦਾ। ਉਹਨੂੰ ਪਤਾ ਸੀ ਚਾਚਾ ਮੇਰਾ ਮੁੱਖ ਮੰਤਰੀ, ਉਹਨੇ ਕੁਛ ਕਰਨਾ ਨਹੀਂ ਤੇ ਮੈਨੂੰ ਕੁਛ ਹੋਣਾ ਨਹੀਂ। ਕੈਪਟਨ ਦੀ ਇੱਕ ਮਜਬੂਰੀ ਬਣ ਗਈ ਸੀ ਬੀਜੇਪੀ ਜਾਣ ਦੀ ਸੀ, ਕਿਉਂਕਿ ਉਹਦੇ ਤੇ ਅੱਜ ਵੀ ਈਡੀ ਦੇ ਇੱਕ ਦੀ 2-3 ਕੇਸ ਚੱਲਦੇ। ਇਹਦੇ ਜਵਾਈ ਗੁਰਪਾਲ ਸਿੰਘ ਤੇ ਕੇਸ ਚੱਲਦਾ ਬਕਾਇਦਾ ਤੌਰ ਤੇ ਕਿ 150 ਕਰੋੜ ਰੁਪਇਆ ਉਹਦੀ ਜੇਲ੍ਹ ਚ ਕਿਸਾਨਾਂ ਚ ਵੰਡਣ ਵਾਸਤੇ ਆਇਆ ਸੀ ਨਾ, ਖਾ ਲਿਆ ਸੀ। ਠੀਕ ਹੈ ਜੀ, ਉਹ ਤੱਕ ਨਹੀਂ ਹੁਣ ਈਡੀ ਕਹਿੰਦੀ ਆ ਜਾ ਵੀ ਕਾਕਾ ਤੂੰ ਇੱਧਰ। ਹੁਣ ਜੇ ਜਵਾਈ ਵੀ ਫਸਿਆ ਵਾ, ਮੁੰਡਾ ਵੀ ਫਸਿਆ, ਘਰ ਵਾਲੀ ਵੀ ਫਸੀ, ਤੇ ਕੈਪਟਨ ਫਿਰ ਵਿਚਾਰਾ ਕੀ ਕਰੇ? ਫਿਰ ਜਾਣਾ ਹੀ ਜਾਣਾ, ਬੀਜੇਪੀ ਨੇ ਚਰਨੀ ਪੈਣਾ ਹੀ ਪੈਣਾ। ਦੱਸੋ ਜੀ ਕੀ ਹੋਗਾ ਵਾ? ਫਿਰ ਗੁੰਮਰਿਆਕਾ ਕਹਿਣਾ ਹੀ ਪੈਣਾ ਜੀ। ਕੁਛ ਲੋਕ ਮੈਨੂੰ ਅੱਜ ਫੋਨ ਕਰਦੇ ਸੀ ਵੀ ਕੈਪਟਨ ਬੀਜੇਪੀ ਚ ਕਦੋਂ ਜਾ ਰਿਹਾ, ਕਿਉਂਕਿ ਰਾਣਾ ਸੋਢੀ ਚਲੇ ਗਿਆ ਬੀਜੇਪੀ ਚ ਸਿੱਧਾ, ਕੈਪਟਨ ਦੀ ਪਾਰਟੀ ਸ਼ਾਮਲ ਨਹੀਂ ਆ ਜੀ। ਤੇ ਰਾਣਾ ਸੋਢੀ ਨੂੰ ਪਤਾ ਵੀ ਕੱਲ ਨੂੰ ਮੈਨੂੰ ਲੋੜ ਜਿਹੜੀ ਹੈ ਬੀਜੇਪੀ ਜਦੋਂ ਪੰਜਾਬ ਦੇ ਦੁਬਾਰਾ ਸਰਕਾਰ ਬਣ ਗਈ ਨਾ ਕਾਂਗਰਸ ਦੀ, ਤੇ ਢਿਬਰੀ ਉਹਦੀ ਵੀ ਟਾਈਟ ਹੋਣੀ ਹੈ ਜੀ। ਉਹਨੂੰ ਵੀ ਇਸ ਗੱਲ ਦਾ ਪਤਾ ਹੈ ਉਦੋਂ ਮੈਨੂੰ ਬੀਜੇਪੀ ਦੀ ਲੋੜ ਪੜੀ, ਕੈਪਟਨ ਨੇ ਮੇਰੀ ਮਦਦ ਨਹੀਂ ਕਰ ਸਕਦੀ, ਇਸ ਕਰਕੇ ਉਹ ਬੀਜੇਪੀ ਦੀ ਗਿਆ। ਇਸ ਕਰਕੇ ਹਾਲ ਦੀ ਕੜੀ ਈਡੀ ਇਹਨੂੰ ਬੜਾ ਤਕੜਾ ਡਰਾਵਾ ਵਾ। ਇਸੇ ਕਰਕੇ ਤਾਂ 2013 ਚ ਕਹਿ ਦਿੱਤਾ ਸੀ ਉਹਨੇ ਆਪਣੇ ਨੇ, ਸੁਪਰੀਮ ਕੋਰਟ ਨੇ ਸੀਬੀਆਈ ਨੂੰ ਕਹਿ ਦਿੱਤਾ ਸੀਗਾ, ਸੀਬੀਆਈ ਤੇ ਜਿਹੜੀ ਉਹ ਤੁਹਾਡਾ ਪਿੰਜਰੇ ਦਾ ਤੋਤਾ ਵਾ ਪੋਲੀਟੀਸ਼ੀਅਨ ਦਾ ਜੀ, ਜਿਹੜਾ ਲਖੀਮਪੁਰ ਵਾਲਾ ਕੇਸ ਸੀ, ਬਕਾਇਦਾ ਤੌਰ ਤੇ ਜਿਹੜਾ ਚੀਫ ਜਸਟਿਸ ਨੇ ਕਹਿ ਦਿੱਤਾ ਸੀ ਸੀਬੀਆਈ ਨੂੰ ਦੇਣ ਦੀ ਲੋੜ ਨਹੀਂ ਜੀ। ਕਿਉਂ ਕਿਹਾ ਉਹਨੇ ਕਿਹਾ ਇੱਕ ਤੇ ਸੀਬੀਆਈ ਨੇ ਕੇਸ ਲਮਕਾ ਦੇਣਾ ਤੇ ਇੱਕ ਕਰਨਾ ਕੁਛ। ਉਹਨੇ ਆਪਣੇ ਅਕਾਵਾਂ ਦਾ ਪੱਖ ਪੂਰਨਾ, ਇਸ ਕਰਕੇ ਉੱਥੋਂ ਦੀ ਪੁਲਿਸ ਕਰੇ। ਉਹਨੇ ਕਿਹਾ ਵੀ ਬੰਦੇ ਜਿਹੜੇ ਆ ਉਹ ਉਸ ਕੇਡਰ ਦੇ ਨਾ ਹੋਣ, ਜਿਹੜੇ ਡੈਪੂਟੇਸ਼ਨ ਉਹ ਦਿਓ ਸੰਤੇ, ਜਿਹੜੇ ਉੱਥੋਂ ਦੇ ਕੇਡਰ ਦੇ ਹੋਣਗੇ ਤੇ ਆਪਣੇ ਰਾਜੇ ਦੇ ਡੈਪੂਟੇਸ਼ਨ ਕੀ ਭੇਜਿਆ ਪਸੰਦ ਕੋਈ ਗੱਲ। ਉਹਨਾਂ ਨੇ ਫਿਰ ਉਹਨਾਂ ਦੀ ਟੀਮ ਬਣਾ ਕੇ ਉਹਦੇ ਕੁਛ ਬਣਾ ਕੇ ਕੋਈ ਕਾਰਵਾਈ ਕਰਾਈ ਹੈ ਜਿਹੜੀ ਹੁਣ ਚੱਲ ਰਹੀ ਹੈ ਬੜੀ ਤਕੜੀ ਜੀ ਜੀ ਜੀ। ਅਜੇ ਵੀ ਆਉਣ ਵਾਲੇ ਸਮੇਂ 'ਚ ਵੇਖੋ, ਕੱਲ ਵੀ ਤੁਹਾਨੂੰ ਪਤਾ ਹੋਏਗਾ ਕਿ ਪਾਰਲੀਮੈਂਟ 'ਚ ਕਾਫੀ ਰੌਲਾ ਪਿਆ। ਇਹਨਾਂ ਰੋਡ ਮਾਰਚ ਵੀ ਕੀਤਾ ਕਾਂਗਰਸ ਵਾਲਿਆਂ ਬਕਾਇਦਾ ਤੌਰ ਤੇ ਉੱਥੇ ਦੇ ਵਿੱਚ ਵੀ ਟੈਨੀ ਨੂੰ ਗ੍ਰਿਫਤਾਰ ਕਰੋ। ਇਸ ਕਰਕੇ ਇਸ ਵੇਲੇ ਜਿਹੜੀ ਕੈਪਟਨ ਸਾਹਿਬ ਤੇ ਮਜੀਠੀਆ ਸਾਹਿਬ ਜਿਹੜੇ ਆ ਉਹ ਹੁਣ ਫਸ ਕੇ ਨੇ ਕਸੂਤੇ ਨਿਕਲਦੇ, ਵੇਖੋ ਕਿਵੇਂ ਹੁਣ ਜੀ। ਉਧਰ ਉਹ ਪਿੱਟੀ ਜਾਂਦਾ ਜੀ ਕੈਪਟਨ ਦਾ ਬੇਲੀ ਹਰੀਸ਼ ਰਾਵਤ, ਉਹ ਕਹਿੰਦਾ ਸੰਗਠਨ ਮੇਰਾ ਸਾਥ ਨਹੀਂ ਦਿੰਦਾ, ਪਾਰਟੀ ਨੇ ਮੂੰਹ ਮੋੜ ਲਿਆ। ਐਕਚੁਅਲੀ ਬੇਸਿਕਲੀ ਉੱਥੇ ਕਾਂਗਰਸ ਨੇ ਜੇ ਪ੍ਰੋਪਰਲੀ ਨਾ ਕੀਤੀ ਤੇ ਜਿੱਤੀ ਬਾਜੀ ਬਣਾ ਲੈਣੀ। ਅੱਜ ਦੀ ਡੇਟ ਚ ਕਾਂਗਰਸ ਉੱਤੇ ਪਹਿਲੇ ਨੰਬਰ ਤੇ ਚੱਲ ਰਹੀ ਜੀ, ਕਿਉਂਕਿ ਜਿੰਨੇ ਮੁਸਲਮਾਨ, ਜਿੰਨੇ ਪਹਾੜੀ ਖੇਤਰ ਦੇ ਲੋਕ ਮਹਿੰਗਾਈ ਤੋਂ ਇੰਨੇ ਕੁ ਤੰਗ ਆਏ ਤੇ ਉਹ ਕਹਿੰਦੇ ਬਿਲਕੁਲ ਨਹੀਂ, ਅਸੀਂ ਵੋਟ ਐਤਕੀ ਬੀਜੇਪੀ ਨੂੰ ਪਾਉਣੀ ਨਹੀਂ ਜੀ। ਹੁਣ ਚਾਹੀਦਾ ਵੀ ਹਾਈ ਕਮਾਂਡ ਨੂੰ ਜਾ ਕੇ ਤੇ ਹਰੀਸ਼ ਰਾਵਤ ਜੇ ਨਹੀਂ ਤੇ ਕੋਈ ਹੋਰ ਬੰਦਾ ਉੱਥੇ ਲਾਓ। ਹਰੀਸ਼ ਰਾਵਤ ਦੀ ਵੈਸੇ ਸਿਹਤ ਵੀ ਇਹਦੀ ਅੱਗੇ ਨਹੀਂ ਦਿੰਦੀ ਹੁਣ। ਵਿਚਾਰਾ ਪੈਰ ਤੂੰ ਕੇ ਤੌਰ ਪਰ ਮਿਲਟਰੀ ਕੀ ਕਰਨੀ, ਮੁੱਖ ਮੰਤਰੀ ਦਾ ਦਾਅਵੇਦਾਰ ਹੈ ਜੇ ਹੈਗਾ ਜੀ ਜੀ। ਨਾਲੇ ਇਹਦੀ ਪਾਲਿਸੀ ਹੈ ਜੀ, ਇਹ ਦੋ ਗਰੁੱਪ ਬਣਾ ਕੇ ਰੱਖਦੇ ਸਾਰੇ। ਇਹ ਨੀ ਫਿਰ ਅੱਜ ਕਹਿੰਦੇ ਅੱਜ ਫਿਰ ਪ੍ਰੈਸ ਕਾਨਫਰੰਸ ਕਹਿ ਦਿੱਤਾ, ਮੁੱਖ ਮੰਤਰੀ ਦੱਸੇ ਵੀ ਜਿਹੜੇ ਬਹਿਬਲ ਕਲਾਂ ਵਾਲੇ ਉਹਨਾਂ ਵਾਸਤੇ ਕੋਈ ਨੌਕਰੀ ਦਿੱਤੀ ਜਾਣੀ ਹੈ। ਮੰਤਰੀਆਂ ਤੇ ਮੰਤਰੀਆਂ ਤੇ ਉਹਨਾਂ ਦੇ ਵਿਵਾਦਾ ਕਹਿੰਦੇ ਮੁੰਡਿਆਂ ਕੁੜੀਆਂ ਵਾਸਤੇ ਨੌਕਰੀਆਂ ਹੈਗੀਆਂ, ਉਹਨਾਂ ਨੂੰ ਕਿਉਂ ਨਹੀਂ? ਇੱਥੇ ਵੀ ਤਾਂ ਚੱਲੀ ਜਾਂਦੀ ਹੈ ਨਾ ਗੇਮ ਜੀ ਜੀ ਜੀ। ਸੋ ਬਿਲਕੁਲ ਤੁਹਾਡੇ ਵਾਲੀ ਗੱਲ ਸਹੀ ਹੈ ਵੀ ਗੇਮਾਂ ਤਾਂ ਹਰੇਕ ਥਾਂ ਹੀ ਚੱਲੀ ਜਾਂਦੀਆਂ ਜੀ ਹੈ। ਤੇ ਬਿਲਕੁਲ ਆਪਣਾ ਕੀ ਕਹਿੰਦੇ ਆ, ਜੇ ਆਪਾਂ ਗੱਲ ਕਰੀਏ ਤਾਂ ਬੀਜੇਪੀ ਦੇ ਵਿੱਚ ਵੀ ਤਾਂ ਪਹਿਲਾਂ ਗਰੁੱਪ ਸੀਗੇ ਜਿਨ੍ਹਾਂ ਨੇ ਅਡਵਾਨੀ ਸਾਹਿਬ, ਮੁਰਲੀ ਮਨੋਹਰ ਜੋਸ਼ੀ ਵਗੈਰਾ, ਉਹ ਵੀ ਤਾਂ ਖੁੱਡੇ ਲੈਣ ਲਾਈ ਹੈ। ਜਿਸ ਦਿਨ 19 ਤਰੀਕ ਨੂੰ ਜੀ
19 ਨਵੰਬਰ ਨੂੰ ਬਕਾਇਦਾ ਤੌਰ ਤੇ ਜਿਸ ਦਿਨ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨਾਂ ਤੋਂ ਮਾਫੀ ਮੰਗੀ ਤੇ ਤਿੰਨੇ ਬਿੱਲ ਮਾਫ ਕੀਤੇ ਗਏ ਨੇ ਜੀ, ਤੇ ਇਹਨਾਂ ਦੀ ਗੱਲ ਸੁਣ ਕੇ ਤੇ ਬਕਾਇਦਾ ਤੌਰ ਤੇ ਭਾਗਵਤ ਜਿਹੜਾ ਸੀ ਉਦੋਂ ਛੱਤੀਸਗੜ੍ਹ ਦੇ ਵਿੱਚ ਸੀਗਾ। ਰਾਏਪੁਰ ਦੇ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਜੀ, ਸ਼ੁਕਰ ਆ ਕਿ ਬਾਬਾ ਤੂੰ ਮਿਹਰ ਕੀਤੀ ਤੇ ਵਾਪਸ ਲੈ ਲਈ, ਸਾਡੀ ਗੱਲ ਨਹੀਂ ਸੁਣਦਾ। ਉੱਥੇ ਵੀ ਤੁਹਾਡੇ ਬੰਦੀਆਂ ਬਥੇਰੀਆਂ ਹੈਗੀਆਂ ਜੀ, ਇਹ ਸ਼ਾਇਦ ਕਿਸੇ ਨੂੰ ਨਹੀਂ ਪਤਾ ਕਿ ਭਾਗਵਤ ਨੇ ਉਹਦੇ ਬਿਆਨ ਤੋਂ ਬਾਅਦ ਇਮੀਡੀਏਟਲੀ ਰਸ਼ ਕੀਤਾ, ਜਾ ਕੇ ਗੁਰਦੁਆਰੇ ਮੱਥਾ ਟੇਕਿਆ ਜੀ। ਇਹਦਾ ਕੀ ਭਾਵਨਾ ਉਹੀ ਜਾਣਦੇ, ਲੇਕਿਨ ਮੈਂ ਮਹਿਸੂਸ ਕਰਦਾ ਕਿ ਉਹਨਾਂ ਨੇ ਸ਼ੁਕਰਾਨਾ ਕੀਤਾ ਵੀ ਸ਼ੁਕਰੇ ਮੰਨ ਗਿਆ। ਪਹਿਲਾਂ ਮੰਨਦਾ ਨਹੀਂ ਸੀ, ਉਹ ਦਿੱਤਿਆ ਰਿਹਾ ਜਿਹੜਾ ਉਹਨੇ ਇੱਕ ਵਾਰੀ ਕਹਿ ਦਿੱਤਾ ਸੀ ਨਾ ਇਹਨਾਂ ਨੂੰ ਵੀ ਤੁਸੀਂ ਕਾਨੂੰਨ ਵੀ ਵਾਪਸ ਲੈਂਦੇ ਵੀ, ਉਹਨੂੰ ਢਾਹ ਦਿੱਤਾ ਸੀ ਉੱਥੋਂ ਜੀ ਵੀ ਚੱਲ ਤੇਰੀ ਲੋੜ ਨਹੀਂ ਹੈਗੀ। ਇਸੇ ਕਰਕੇ ਉਹਨੇ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਦਾ ਵੀ ਚੰਗਾ ਕੀਤਾ ਤੁਸੀਂ ਇਹਨੂੰ ਸਿੱਖ ਮਤ ਦਿੱਤੀ ਹੈ ਜੀ। ਤੇ ਜਿਹੜਾ ਬੰਦਾ ਜਿਹੜੀ ਰਾਜੇਵਾਲ ਸਾਹਿਬ ਕਹਿੰਦੇ ਠੀਕ ਗੱਲ ਕਹਿੰਦੇ, ਜਿਹਨੂੰ ਪੂਰੀ ਪਾਨ ਚੜੀ ਹੋਵੇ ਜੀ, ਪੂਰਾ ਸਖਤ ਹੋਵੇ, ਝੁਕਦਾ ਨਹੀਂ, ਉਹ ਟੁੱਟਦਾ ਹੁੰਦਾ ਜੀ। ਉਦੋਂ ਪਹਿਲੀ ਵਾਰੀ ਟੁੱਟੇ ਨੇ ਮੋਦੀ ਸਾਹਿਬ, ਜਿਨ੍ਹਾਂ ਨੇ ਉਹਨੇ ਕਿਹਾ ਜੀ ਮੈਂ ਕਾਨੂੰਨ ਵਾਪਸ ਦੇਣ ਤੇ ਮਾਫੀ ਮੰਗਦਾ, ਤੁਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਬੜੀ ਵੱਡੀ ਗੱਲ ਸੀ ਜੀ ਜੀ। ਬਿਲਕੁਲ। ਫੋਨ ਕਾਲਸ ਕਰ ਸਕਦੇ ਜੀ, ਆਪਣੇ ਵਿਚਾਰ ਦੇ ਸਕਦੇ ਹੋ। 98 149 10 666 ਤੇ 92 164 10 666 ਇਹਨਾਂ ਦੋ ਨੰਬਰਾਂ ਦੇ ਉੱਤੇ ਤੁਹਾਡੀ ਕਾਲ ਦਾ ਹੀ ਸਵਾਗਤ ਕਰਦੇ ਹਾਂ। ਅਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜੇ ਹੋਏ ਨੇ। ਅਤੇ ਹੁਣ ਆਪਾਂ ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ ਜੀ। ਅਤੇ ਅਗਲੀ ਖਬਰ ਦੇ ਉੱਤੇ ਕੈਪਟਨ ਦੀ ਗੱਲ ਤੁਸੀਂ ਛੇੜੀ ਹੈ, ਅਤੇ ਕੈਪਟਨ ਨੂੰ ਟਰੱਕ ਯੂਨੀਅਨ ਵਾਲਿਆਂ ਕੋਲੋਂ ਕਹਿੰਦੇ ਹੱਥ ਜੁੜਵਾਤੇ ਜੀ ਟਰੱਕਾਂ ਵਾਲਿਆਂ ਨੇ। ਕੈਪਟਨ ਸਾਹਿਬ ਨੇ ਜੋ ਆਪਣੀ ਸਰਕਾਰ ਬਣਾਈ ਤੇ ਜਿਹੜੀਆਂ ਟਰੱਕ ਯੂਨੀਅਨ ਸਾਰੀਆਂ ਭੰਗ ਕਰਤੀਆਂ ਜੀ, ਤੇ ਟਰੱਕ ਯੂਨੀਅਨ ਬੜੇ ਔਖੇ ਸੀਗੇ। ਇਹਨਾਂ ਦੇ ਸਿਪਾ ਸਾਹਿਬ ਨੇ ਕੰਨ ਭਰੇ ਸੀ ਜੇ ਇਹ ਬੰਦੇ ਬੜੀ ਤਕੜੀ ਕਮਾਈ ਕਰਦੇ ਆ, ਲੁੱਟ ਰਹੇ ਨੇ ਲੋਕਾਂ ਨੂੰ, ਇਸ ਕਰਕੇ ਭੰਗ ਕਰਦੇ ਜੀ। ਇਹਨਾਂ ਭੰਗ ਕਰਦੀਆਂ, ਕਹਿ ਦਿੱਤਾ ਜੀ ਅਸੀਂ ਨਵੀਂ ਕੋਈ ਸਕੀਮ ਦਿਆਂਗੇ ਤੁਹਾਨੂੰ, ਉਹਦੇ ਚ ਬਣਾਵਾਂਗੇ, ਕਿ ਇਹਨਾਂ ਬਣਾਈਆਂ ਹੀ ਨਹੀਂ। ਹੁਣ ਕੱਲ ਇਹਨਾਂ ਰਾਜਪੁਰੇ ਵਿਖੇ ਰੋਡ ਸ਼ੋਅ ਕੀਤਾ ਤੇ ਰੋਡ ਸ਼ੋਅ ਕਰਨ ਤੋਂ ਬਾਅਦ ਇਹ ਜਾ ਰਹੇ ਸੀ ਏਅਰਪੋਰਟ ਰੂਟ ਤੇ ਆਪਣੇ ਚੰਡੀਗੜ੍ਹ ਨੂੰ ਜੀ, ਕਿਸੇ ਪ੍ਰਾਈਵੇਟ ਫੰਕਸ਼ਨ ਦੇ ਵਿੱਚ। ਤੇ ਉੱਥੋਂ ਰਾਜਪੁਰੇ ਤੋਂ ਜਿਹੜੇ ਸੀ ਕਿਸਾਨ ਸੀ ਟਰੱਕ ਯੂਨੀਅਨ ਵਾਲੇ ਸੀ, ਉਹਨਾਂ ਗੱਡੀ ਨਾਲ ਹੀ ਮਗਰ ਨਾਲ ਜੀ ਅੱਗੇ ਉਹਨਾਂ ਦਾ ਧਰਨਾ ਜਿੱਥੇ ਲੱਗਾ ਸੀ, ਉਹਨਾਂ ਨੇ ਕਹਿਤਾ ਭਾਈ ਸਾਰੇ ਸੜਕ ਤੇ ਆ ਜਾਓ, ਕੈਪਟਨ ਸਾਹਿਬ ਆ ਰਹੇ, ਇੱਥੇ ਘੇਰਨਾ ਪੈਣਾ। ਪਾ ਕੇ ਸੜਕ ਤੇ ਲੰਮੇ ਪੈ ਗਏ ਜੀ। ਜਦੋਂ ਲੰਮੇ ਪੈ ਗਏ ਫਿਰ ਕਾਫਲਾ ਰੁਕਣਾ ਸੀਗਾ। ਉੱਥੇ ਕੈਪਟਨ ਮੁਰਦਾਬਾਦ ਤੇ ਟਰੱਕ ਯੂਨੀਅਨ ਜਿੰਦਾਬਾਦ ਤੇ ਫਲਾਣਾ ਜਿੰਦਾਬਾਦ ਤੇ ਫਲਾਣਾ ਮੁਰਦਾਬਾਦ, ਬਥੇਰੀ ਰੌਲਾ ਪਿਆ ਉੱਥੇ। ਤੇ ਕੈਪਟਨ ਸਾਹਿਬ ਉਹਨਾਂ ਚਿਰ ਗੱਡੀ ਚੋਂ ਬਾਹਰ ਨਿਕਲੇ ਜਿੰਨ ਚਿਰ ਫੋਰਸ ਹੋਰ ਆ ਨਹੀਂ ਗਈ। ਅੱਛਾ ਜੀ। ਜਦੋਂ ਫੋਰਸ ਹੋਰ ਆ ਗਈ ਫਿਰ ਬੜਾ ਸੇਫ ਡੀਐਸਪੀ ਨੇ ਕਿਹਾ ਜੀ ਮਹਾਰਾਜ ਤੁਹਾਨੂੰ ਬਾਹਰ ਆ ਕੇ ਗੱਲ ਕਰਨੀ ਪੈਣੀ। ਤੇ ਬਾਹਰ ਆ ਕੇ ਉਹਨਾਂ ਨੂੰ ਪਤਾ ਗੱਲ ਕੀ ਕਰਨੀ ਆ, ਵੀ ਇਹੀ ਕਹਿੰਦੇ ਵੀ ਤੁਸੀਂ ਯੂਨੀਅਨ ਭੰਗ ਕੀਤੀਆਂ ਜੀ। ਤੇ ਕੈਪਟਨ ਸਾਹਿਬ ਨੂੰ ਹੱਥ ਜੋੜ ਕੇ ਮਾਫੀ ਮੰਗਣੀ ਪਈ, ਭਾਈ ਮੈਥੋਂ ਗਲਤੀ ਹੋ ਗਈ ਆ, ਮੇਰੀ ਦੁਬਾਰਾ ਸਰਕਾਰ ਫਿਰ ਬਣ ਜਾਣੀ ਆ ਤੇ ਅਸੀਂ ਤੁਹਾਡੀਆਂ ਫਿਰ ਯੂਨੀਅਨ ਬਹਾਲ ਕਰ ਦੇਂਗੇ ਜੀ। ਹੁਣ ਉਹ ਕਦੋਂ ਬਹਾਲ ਕਰਦੇ ਤੇ ਉਹ ਜਾਣਦੇ, ਸਰਕਾਰ ਕਦੋਂ ਬਣਦੀ ਤੇ ਉਹੀ ਜਾਣਦੇ ਨੇ। ਤੇ ਜਦੋਂ ਉਹਨਾਂ ਮਾਫੀ ਮੰਗਣੀ ਹੱਥ ਜੋੜ ਕੇ, ਫਿਰ ਉਹਨਾਂ ਜਾਣ ਦਿੱਤਾ ਵੀ ਜਾਓ ਹੁਣ ਤੁਸੀਂ ਜੀ। ਤੇ ਪਹਿਲੀ ਮਾਫੀ, ਪਹਿਲਾ ਬਾਹਰ ਰੋਡ ਸ਼ੋਅ ਕੀਤਾ ਤੇ ਪਹਿਲੀ ਮਾਫੀ ਕੈਪਟਨ ਸਾਹਿਬ ਨੂੰ ਮੰਗਣੀ ਪਈ ਹੈ। ਤੇ ਗਾਂ ਹੋਰ ਮਾਫੀ ਲੋਕਾਂ ਨੇ ਪਤਾ ਨਹੀਂ ਕਿੰਨੀਆਂ ਕੁ ਮੰਗਵਾਉਣੀਆਂ ਹੋਣ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਮੈਂ ਸਵਰਨ ਸਿੰਘ ਦਾਨੇਵਾਲੀਆ ਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਇਸ ਵਕਤ ਫੋਨ ਲਾਈਨ 'ਤੇ ਜੁੜੇ ਹੋਏ ਨੇ। ਅਤੇ ਨਾਲ ਦੀ ਨਾਲ ਖਬਰਾਂ ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਸ ਵੀ ਜਿਹੜੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪੂਰੀ ਤਰ੍ਹਾਂ ਲਾਈਏ। ਅਤੇ ਬਾਈਬਲ ਕਲਾ ਕਾਂਡ ਦੀ ਸੁਣਵਾਈ ਵੀ ਕਹਿੰਦੇ ਫਰਵਰੀ ਤੱਕ ਮੁਅੱਤਲ ਕਰਨ ਦੀ ਗੱਲ ਹੋ ਰਹੀ ਹੈ ਜੀ। ਕੀ ਹੈ ਕਹਾਣੀ ਹੈ ਸਾਰੀ? ਐਕਚੁਅਲੀ ਬੇਸਿਕਲੀ ਬਾਈਬਲ ਕਲਾ ਕਾਂਡ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੇ ਪੀੜਤ ਲੋਕ ਨੇ ਉਹ ਚਾਹੁੰਦੇ ਵੀ ਇਹਦਾ ਇਨਸਾਫ ਜਲਦੀ ਹੋਵੇ ਜੀ। ਤੇ ਉਹਦੇ ਵਿੱਚ ਜਿਹੜੇ ਸੈਣੀ ਸਾਹਿਬ ਦੇ ਵਕੀਲ ਨੇ, ਜਿਹੜੇ ਉਹਨੇ ਪੁਲਿਸ ਵਾਲੇ ਦੇ ਵਕੀਲ ਨੇ, ਅੱਜ ਤਾਂ ਸੈਣੀ ਸਾਹਿਬ ਰਜਾਈ 'ਚ ਹੀ ਬੈਠੇ, ਕੀ ਕਹਿੰਦੇ ਆਪਾਂ ਭੁਗਤ ਰਹੇ ਸੀਗੇ, ਕੀ ਕਹਿੰਦੇ ਪੇਸ਼ੀ ਤੇ ਕੱਢ ਲਿਆ ਜੱਜ ਨੇ ਬਾਹਰ। ਹਾਂਜੀ। ਉਹਦੇ ਵਿੱਚ ਕੀ ਕੀਤਾ ਇਹਨਾਂ ਨੇ? ਹੁਣ ਉਹਨੇ ਕਿਹਾ ਜੀ ਵੇਖੋ ਗੱਲ ਸੁਣਾ, ਉਹ ਕਿਹਾ ਸੀ ਕੱਲ ਉਹਨੇ ਕਿਹਾ ਸੀ ਵੀ ਆਨਲਾਈਨ ਆ ਸਕਦੇ ਸੈਣੀ ਸਾਹਿਬ, ਕੋਈ ਗੱਲ ਜੀ। ਹੁਣ ਉਹਨਾਂ ਨੇ ਇੰਨੀ ਗੱਲ ਕਹੀ ਇਹਨਾਂ ਨੂੰ ਭਾਈ, ਉਹ ਕਹਿੰਦੇ ਜਿਹੜੇ ਇਹਨੇ ਐਪਲੀਕੇਸ਼ਨ ਦਿੱਤੀ ਬਕਾਇਦਾ ਤੌਰ ਤੇ ਸੁਖਰਾਜ ਹੋਣਾ,
ਕਿ ਇਹਦਾ ਫੈਸਲਾ ਜਲਦੀ ਕੀਤਾ ਜਾਵੇ। ਤੇ ਦੂਜੇ ਪਾਸੇ ਉਹ ਕਹਿੰਦੇ ਕਿ ਸੈਣੀ ਸਾਹਿਬ ਨੂੰ ਬਕਾਇਦਾ ਤੌਰ ਤੇ ਫਰਵਰੀ 2022 ਤੱਕ ਹਾਈ ਕੋਰਟ ਤੋਂ ਛੋਟ ਮਿਲੀ ਆ ਜੀ। ਜਿੰਨਾ ਚਿਰ ਜਾਤੀ ਤੌਰ ਤੇ ਮੁਜਰਮ ਆਪ ਪੇਸ਼ ਨਹੀਂ ਹੁੰਦਾ, ਵਿਅਕਤੀ ਪੇਸ਼ ਨਹੀਂ ਹੁੰਦਾ, ਉਹਨਾਂ ਚਿਰ ਤੁਸੀਂ ਇੱਥੇ ਫੈਸਲਾ ਨਾ ਕਰੋ। ਜੱਜ ਨੇ ਦੋਵਾਂ ਦੀਆਂ ਦਲੀਲਾਂ ਸੁਣ ਲਈਆਂ ਵਾ, ਦੋਨਾਂ ਦੀ ਬਹਿਸ ਸੁਣ ਲਈ ਹੈ, ਸਭ ਕੁਝ ਸੁਣ ਲਿਆ ਤੇ ਹੁਣ ਅਗਲੀ ਤਰੀਕ ਇਹਨਾਂ ਦੇ ਫਰਵਰੀ ਕਿਹਾ ਸੀ, ਉਹਨਾਂ 24 ਦਸੰਬਰ ਫੇਰ ਪਾਰਟੀ, ਮਤਲਬ ਕੱਲ ਪਰਸੋਂ ਤਰੀਕ ਪਾਰਟੀ ਜੀ। ਤੇ ਪਰਸੋਂ ਤੋਂ ਤਰੀਕ ਪੈ ਗਈ ਤੇ ਮੁੜ ਕੇ ਛੁੱਟੀਆਂ ਹੋ ਜਾਣੀਆਂ ਤੇ ਫਿਰ ਜਿਸ ਤਰੀਕ ਪੈਣੀ ਜਾ ਕੇ 5 ਜਨਵਰੀ ਤੋਂ ਬਾਅਦ ਉਦੋਂ ਕਿੰਨੀ ਪੈਂਦੀ ਹੈ ਤੇ ਪਤਾ ਕੋਈ ਨਹੀਂ ਹੁਣ। ਲੇਕਿਨ ਉਹ ਕਹਿੰਦੇ ਆ ਜਿਹੜੇ ਪੀੜਤ ਨੇ, ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਫੈਸਲਾ ਆਵੇ, ਤੇ ਜਿਹੜੇ ਦੋਸ਼ੀ ਨੇ ਉਹ ਕਹਿੰਦੇ ਨਹੀਂ ਜੀ ਨਹੀਂ, ਇਹਨੂੰ ਲੇਟ ਕਰੋ ਥੋੜਾ ਜਿਹਾ, ਸੈਣੀ ਸਾਹਿਬ ਨੂੰ ਛੋਟ ਮਿਲੀ। ਗੱਲ ਸਹੀ ਆ, ਸੈਣੀ ਸਾਹਿਬ ਨੂੰ ਬਲੈਂਕ ਬੇਲ ਨਹੀਂ ਮਿਲੀ ਜੀ, ਬਲਾਈਂਡ ਬੇਲ ਮਿਲੀ। ਬਲਾਈਂਡ ਬੇਲ ਮੈਂ ਕਹੂੰਗਾ ਹੈ ਕਿ ਵਾਰਸ ਉਹਦਾ ਨਾ, ਬਲੈਂਕ ਬੇਲ ਦਾ ਕੋਈ ਵਾਰਸ ਹੁੰਦਾ। ਬਲਾਈਂਡ ਬੇਲ ਦਿੱਤੀ ਜਾਂ ਤੁਹਾਨੂੰ ਛੁੱਟੀਆਂ 4 ਮਹੀਨੇ ਜੋ ਮਰਜ਼ੀ ਕਰ, 4 ਬੰਦੇ ਮਾਰਿਆ 10 ਬੰਦੇ ਮੈਂ ਤੇਰੀ ਪੁਲਿਸ ਫੜ ਨਹੀਂ ਸਕਦੀ ਜੇ ਮਰਜ਼ੀ ਹੈ ਕੋਈ ਕਾਨੂੰਨ ਕਿਤੇ ਜੀ। ਇਹੋ ਜਿਹਾ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਸੁਣਿਆ ਕਿ ਇੰਨੀ ਜਿਹੜੀ ਉਹਨੂੰ ਬਲਾਈਂਡ, ਮੈਂ ਬੈਂਕ ਦੀ ਬਲਾਈਂਡ ਬਿੱਲ ਕਹੂੰਗਾ। ਇਸੇ ਕਰਕੇ ਜਿਹੜੇ ਉਹ ਪੀੜਤ ਨੇ ਉਹ ਤੇ ਕਹਿੰਦੇ ਇਮੀਡੀਏਟਲੀ ਫੈਸਲਾ ਹੋਵੇ, ਤੇ ਜਿਹੜੇ ਦੋਸ਼ੀ ਨੇ ਉਹ ਕਹਿੰਦੇ ਜੀ ਇਹਨੂੰ ਲਗਾਓ ਕਿ 2022 ਫਰਵਰੀ 2022 ਤੱਕ ਜਿਹੜੀ ਆ ਉਹ ਸੈਣੀ ਸਾਹਿਬ ਜਿਹੜੇ ਉਹ ਨਹੀਂ ਆ ਸਕਦੇ, ਕਿਉਂ ਹਾਈ ਕੋਰਟ ਨੇ ਕਿਹਾ ਤੁਸੀਂ ਨਾ ਜਾਓ ਜੀ, ਉਦੋਂ ਬਾਅਦ ਫੈਸਲਾ ਕਰੋ, ਉਦੋਂ ਬਾਅਦ ਇਹਦੀ ਚਾਰਜ ਸ਼ੀਟ ਤੇ ਵਿਚਾਰ ਕਰਨਾ ਕਰੋ ਜੀ। ਚਲੋ ਕੀ ਬਣਦਾ ਜੀ, ਮੈਨੂੰ ਤਾਂ ਲੱਗਦਾ ਨਾ ਪੰਜਾਬ ਨੂੰ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਵੀ ਐਕਸਪੈਰੀਮੈਂਟ ਦੀ ਲੈਬ ਬਣਾ ਲਈ ਜੀ। ਹੈ ਜੀ, ਸ਼ੁਰੂ ਤੋਂ ਬਣਾਈ ਹੈ ਜੀ। ਜੇ ਜਿੱਥੇ ਗ੍ਰੀਨ ਰੈਵੋਲੂਸ਼ਨ ਦੀ ਗੱਲ ਕੀਤੀ ਤੇ ਲੈਬ ਪੰਜਾਬ ਜੀ, ਅੱਤਵਾਦ ਦੀ ਗੱਲ ਕੀਤੀ ਲੈਬ ਪੰਜਾਬ, ਜੰਗਾਂ ਲੜੀਆਂ ਤੋਂ ਤਦ ਲੈਬ ਪੰਜਾਬ, ਕਿੱਥੇ ਨਹੀਂ ਕੀਤਾ। ਹਰ ਗੱਲ ਤਾਂ ਪੰਜਾਬ ਲੈਬ ਬਣੀ। ਨਸ਼ਿਆਂ ਦੇ ਵਿੱਚ ਕਮਾਈ ਕਰਕੇ ਵੇਖਦੀ ਪੰਜਾਬ 'ਚ ਕਮਾਈ ਕੀਤੀ ਆ। ਕੱਲ ਕੀ ਕਿਹਾ ਉਹਨੇ, ਜਿਹੜੇ ਸ਼ਕਾਵਤ ਸਾਹਿਬ ਨੇ ਕੀ ਕਿਹਾ ਕੱਲ, ਇੱਥੇ ਸਾਡੇ ਹਰਜੀਤ ਸਿੰਘ ਹੋਰੀ ਜਿਹੜੇ ਗਰੇਵਾਲ ਨੂੰ ਕੁਛ ਕਹਿਣ ਡਿਆ ਜੀ, ਰਾਘਵ ਜੱਡਾ ਕੁਛ ਕਹਿਣ ਡਿਆ ਵਾ, ਭਗਵੰਤ ਮਾਨ ਕੁਛ ਕਹਿਣ ਡਿਆ। ਉਹਨੇ ਬੜੀ ਵੱਡੀ ਗੱਲ ਕਹੀ ਹੈ ਜੀ, ਜਿਹੜਾ ਗਜਿੰਦਰ ਸਿੰਘ ਸ਼ੇਖਾਵਤ ਆ, ਉਹਨੇ ਇੱਥੋਂ ਤੱਕ ਕਿਹਾ ਵਾ ਭਾਈ ਦੇਰ ਆਏ ਦਰੁਸਤ ਆਏ ਜੀ। ਉਹਨੇ ਕਿਹਾ ਵੀ ਜਿਹੜਾ ਮਜੀਠੀਆ ਵਾਕਿਆ ਇਹ ਸਰਗਣਾ ਵਾ ਡਰੱਗ ਦਾ ਜੀ, ਪਾਪ ਦਾ ਘੜਾ ਅਵਛ ਭਰਦਾ ਵੀ ਆ ਤੇ ਫਿਰ ਪਾਪ ਦਾ ਘੜਾ ਫੁੱਟਦਾ ਵੀ ਬੜੀ ਬੁਰੀ ਤਰ੍ਹਾਂ। ਕਹਿੰਦਾ ਬੜੇ ਅਫਸੋਸ ਦੀ ਗੱਲ ਆ ਵੀ ਅੱਜ ਮਜੀਠੀ ਦੇ ਨਾਂ ਤੇ ਦੇਸ਼ ਭਰ ਦੇ ਵਿੱਚ ਡਰੱਗ ਚੱਲਦੀ ਹੈ। ਦੱਸੋ, ਜੇ ਉਹਦੇ ਨਾਂ ਤੇ ਦੇਸ਼ ਦੀ ਬਰਬਾਦੀ ਕਰਦਾ ਤੇ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਬਾਹਰ ਰਹਿਣਾ ਚੰਗਾ ਨਹੀਂ ਹੈਗਾ, ਇਹਨੂੰ ਅੰਦਰ ਕੀਤਾ, ਚੰਗਾ ਕੀਤਾ, ਬਹੁਤ ਵਧੀਆ ਕੀਤਾ। ਇਹਦਾ ਮਤਲਬ ਗਜਿੰਦਰ ਸਿੰਘ ਦਾ ਬਿਆਨ ਜਿਹੜਾ ਹੈਗਾ ਉਹ ਮਾਇਨੇ ਰੱਖਦਾ ਜੀ, ਕੁਛ ਬੜੇ ਮਾਇਨੇ ਰੱਖਦਾ ਜੀ। ਜਿਹੜੀ ਉਹਦੇ ਖਿਲਾਫ ਮਜੀਠੀ ਦਾ ਪਰਚਾ ਦਰਜ ਹੋਇਆ ਨਾ, ਵਿਦ ਦੀ ਕੰਸੈਂਟ ਆਫ ਬੀਜੇਪੀ ਹੋਇਆ। ਉਹ ਦੱਸੋ ਕਿਵੇਂ ਜੀ, ਜਿਹੜਾ ਬਿਆਨ ਸਖਤ ਆਇਆ ਨਾ ਉਹਦਾ ਜੀ, ਇਹ ਦੱਸਦਾ ਵੀ ਇਹ ਬੀਜੇਪੀ ਦੀ ਸਹਿਮਤੀ ਦਾ ਪਰਚਾ ਦਰਜ ਕੀਤਾ ਵੀ ਅਸੀਂ ਆਹ ਕਰ ਲਗੇ, ਕਰ ਦਿਓ ਕੋਈ ਗੱਲ ਜੀ। ਨਹੀਂ ਤੇ ਪੰਜਾਬ ਦੇ ਲੀਡਰ ਦੇ ਜਾਣਕਾਰੀ ਨਹੀਂ। ਰਣਜੀਤ ਗਰੇਵਾਲ ਕਹਿੰਦਾ ਜੀ ਪੋਲੀਟੀਕਲ ਵੈਂਡੇਟਾ ਜੀ। ਲੈ ਦੱਸੋ, ਹੋਰ ਹੀ ਆਪਦਾ ਕੀ ਕਹਿੰਦੇ ਆਪਦਾ ਰਾਗ ਲਾਪੀ ਜਾ ਰਿਹਾ ਜੀ 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 ਜੀ। ਲੇਕਿਨ ਜਿਹੜੀ ਇਹਦਾ ਜਦੋਂ ਗਜਿੰਦਰ ਸ਼ੇਖਾਵਤ ਦਾ ਬਿਆਨ ਆ ਗਿਆ, ਉਹਨੇ ਸੰਕੇਤ ਦੇ ਦਿੱਤਾ ਇਸ ਗੱਲ ਦਾ ਵੀ ਇਹ ਬਕਾਇਦਾ ਤੌਰ ਤੇ ਪਰਚਾ ਮਜੀਠੀ ਦੇ ਖਿਲਾਫ ਬੀਜੇਪੀ ਦੀ ਕੰਸੈਂਟ ਨਾਲ ਹੋਇਆ ਜੀ। ਸੋ ਚਲੋ ਬੀਜੇਪੀ ਦੀ ਕੰਸੈਂਟ ਨਾਲ ਹੋਇਆ, ਕਿਹਦੇ ਨਾਲ ਹੋਇਆ, ਪਰ ਲੋਕਾਂ ਨੂੰ ਥੋੜਾ ਮੋਟਾ ਤਾਂ ਭਾਵੇਂ ਪਤਾ ਵੀ ਇਹ ਕੀ ਕੁਛ ਹੋਇਆ, ਹੋ ਜਾਣਾ ਚਾਹੀਦਾ ਸੀ ਸਾਰਾ ਕੁਛ। ਲੋਕਾਂ ਨੂੰ ਹੁਣ ਵੈਸੇ ਇੱਕ ਚੀਜ਼ ਹੈ ਪੱਟੀ ਸਾਹਿਬ, ਜੋ ਕਿਸਾਨ ਅੰਦੋਲਨ ਨੇ ਇੱਥੋਂ ਦੇ ਲੋਕਾਂ ਨੂੰ ਉਜਾਗਰ ਕੀਤਾ ਨਾ ਐਤਕੀ, ਉਹ ਮੈਨੂੰ ਲੱਗਦਾ ਬਹੁਤ ਫਾਇਦਾ ਹੋਊਗਾ ਇਹਦਾ ਆਉਂਦੇ ਦਿਨਾਂ 'ਚ। ਬਿਲਕੁਲ 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 ਬਿਲਕੁਲ। ਕਿਸਾਨ ਅੰਦੋਲਨ ਪੰਜਾਬ ਨੂੰ ਨਹੀਂ, ਪੂਰੇ ਦੇਸ਼ ਨੂੰ ਜਿਹੜਾ ਜਗਾਤਾ ਇੱਕ ਵਾਰੀ ਜੀ। ਹਰ ਦੇਖੋ ਯੂਪੀ ਵੀ ਲੋਕ ਸਵਾਲ ਪੁੱਛਦੇ ਹੋਣਗੇ, ਜਿਵੇਂ ਪਛੜਾ ਸੂਬਾ ਕਿ ਉਹ ਲੋਕ ਸਵਾਲ ਪੁੱਛਦੇ, ਦੱਸੋ ਜੀ ਮੰਤਰੀ ਸਾਹਿਬ ਤੁਸੀਂ ਰਹਿਦਾ ਜਵਾਬ ਦਿਓ ਸਾਨੂੰ ਕੀ ਗੱਲ ਜੀ ਜੀ। ਉੱਥੇ ਮੌਬ ਲਿੰਚਿੰਗ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਲੋਕ ਨਹੀਂ ਮੰਨੇ। ਮੈਂ ਭੱਜੋ ਤੇ ਦੌੜ ਜਾਓ ਤੁਸੀਂ, ਲੜਾਉਣ ਦੀ ਬਥੇਰੀ ਕੋਸ਼ਿਸ਼ ਕੀਤੀ, ਨਹੀਂ ਮੰਨੇ ਜੀ। ਮਥੁਰਾ ਦੇ ਵਿੱਚ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਦੇ ਲੋਕ ਹਿੰਦੂ ਸਾਹਮਣੇ ਆ ਗਏ, ਤੁਸੀਂ ਕੌਣ ਹੁੰਦੇ ਵੀ ਸਾਨੂੰ ਆ ਕੇ ਇੱਥੇ ਗੜਬੜ ਕਰਦੇ ਹੋ ਆਪਣੇ ਘਰਾਂ ਨੂੰ। ਇਸ ਕਰਕੇ ਜਿਹੜਾ ਵਾ ਵਾਕਿਆ ਜਿਹੜੀ ਕਿਸਾਨ ਅੰਦੋਲਨ ਸੀ, ਲੋਕਾਂ ਨੂੰ ਜਾਗਰੂਕ ਕੀਤਾ ਵਾ ਕਿ ਤੁਹਾਡੇ ਕੋਈ ਹੱਕ ਹਕੂਕ ਹੈ, ਤੁਸੀਂ ਰੌਲਾ ਪਾਓਗੇ ਤੇ ਮਿਲਣਗੇ। ਹਰੇ ਬੜੇ ਸ਼ਾਂਤੀ ਨਾਲ, ਜਿਵੇਂ ਕਹਿੰਦੇ ਸੀ ਨਾ ਵੀ ਡਾਂਗ ਸੋਟੇ ਤੋਂ ਬਿਨਾਂ ਮਿਲਦਾ ਕੁਛ ਨਹੀਂ,
ਉਹਨਾਂ ਦੇ ਜੀ। ਜੀ। ਪਰ ਗੱਲ ਹੁਣ ਆਪਾਂ ਕਰੀਏ ਕਿ ਉੱਧਰ ਹਾਈ ਕੋਰਟ ਕਹਿੰਦੀ ਹੈ ਕਿ ਜੇ ਪੁੱਛ ਪੜਤਾਲ ਕਰਨੀ ਹੈ ਤਾਂ ਉਹਨਾਂ ਦੇ ਕੋਲੇ ਜਾਓ। ਹੁਣ ਕੋਈ ਘਰੇ ਗਏ ਨੂੰ ਕੌਣ ਨਿਆਂ ਦਿੰਦਾ? ਤੇ ਹੁਣ ਨਾਲੇ ਸਿੱਟ ਨੂੰ ਕਹਿੰਦੀ ਹੈ ਵੀ ਮੈਨੂੰ ਦੱਸੋ ਤੁਸੀਂ ਕਰੀ ਕੀ ਜਾਂਦੇ ਹੋ। ਉਹਦੇ ਵਿੱਚ ਗੱਲ ਇਹ ਹੈ ਜੀ ਵੀ ਜਿਹੜਾ ਸੌਦਾ ਸਾਧ ਉਹਦੇ ਕੋਲੋਂ ਜਾ ਕੇ 2 ਵਾਰੀ ਪੁੱਛਗਿੱਛ ਕਰਕੇ ਆਈ ਆ ਉੱਥੇ ਸਿੱਟ ਜਿਹੜੀ ਹੈ। ਉਹਨਾਂ ਆ ਕੇ ਜਵਾਬ ਦਿੱਤਾ ਵੀ ਸਾਨੂੰ ਇਹ ਸਹਿਯੋਗ ਨਹੀਂ ਕਰ ਰਿਹਾ, ਸਾਨੂੰ ਇਹਨੂੰ ਇੰਟਰੋਗੇਸ਼ਨ ਵਾਸਤੇ ਲਿਆਉਣ ਦੀ ਆਗਿਆ ਦਿੱਤੀ ਆ ਜੀ। ਦੂਜੇ ਪਾਸੇ ਬਾਬ ਸੌਦਾ ਸਾਹਿਬ ਨੇ ਇੱਕ ਪਟੀਸ਼ਨ ਪਾਈ ਉਹਦੇ ਵਿੱਚ। ਉਹ ਕਹਿੰਦਾ ਜੀ ਮੈਨੂੰ ਇਹ ਨਜਾਇਜ਼ ਝੂਠੇ ਕੇਸ ਫਸਾ ਰਿਹਾ ਤੇ ਮੇਰਾ ਕੇਸ ਜਿਹੜਾ ਸੀਬੀਆਈ ਦਿੱਤਾ ਜਾਵੇ। ਤੇ ਸੀਬੀਆਈ ਤੋਂ ਤਾਂ ਵਾਪਸ ਲਿਆ ਸੀ ਕੈਪਟਨ ਸਾਹਿਬ ਨੇ ਬੜੇ ਜ਼ੋਰ ਨਾਲ, ਤੇ ਉਹਨੂੰ ਕਹਿੰਦੇ ਸੀਬੀਆਈ ਨੂੰ ਮਿਲ ਜੂ। ਉਹਦੇ ਵਿੱਚ ਹੁਣ ਸਟੇਟਸ ਰਿਪੋਰਟ ਮੰਗ ਲਈ ਇਹਨਾਂ ਨੇ ਬਕਾਇਦਾ ਤੌਰ ਤੇ ਉਹਦੀ ਪਟੀਸ਼ਨ ਦੇ ਬਿਹਾਫ ਤੇ ਭਾਈ ਤੁਸੀਂ ਇਹਦੀ ਬਕਾਇਦਾ ਤੌਰ ਤੇ ਜਿਹੜੀ ਆ ਉਹ ਸਟੇਟਸ ਰਿਪੋਰਟ ਦੇ ਤੁਸੀਂ ਹੁਣ ਤੱਕ ਕੀਤਾ ਕੀ ਹੈ। ਤੁਸੀਂ ਜਾ ਕੇ ਆਏ ਹੋ ਉੱਥੇ ਆਪਣੇ ਸੌਦਾ ਸਾਹਿਬ ਡੇਰੇ ਵੀ ਜਾ ਆਏ ਹੋ, ਤੁਸੀਂ ਉੱਥੇ ਜਾ ਕੇ ਬੰਦੇ ਨੂੰ ਮਿਲ ਕੇ ਆਏ, ਇਹਨੂੰ 2 ਵਾਰੀ ਮਿਲ ਕੇ ਕੀਤਾ ਤੁਸੀਂ ਕੀ ਹੈ। ਕੱਲ ਇੱਕ ਤੁਸੀਂ ਜਿਹੜਾ ਮੁਖਵਿੰਦਰ ਸਿੰਘ ਦਾ ਸਿੱਟ ਦਾ ਇੱਕ ਮੈਂਬਰ ਆ ਐਸਐਸਪੀ ਬਟਾਲਾ, ਉਹਦੀ ਸੁਣੀ ਸੀ ਤੁਸੀਂ ਆਡੀਓ ਇੱਕ ਜੀ। ਉਹ ਨਿਹੰਗ ਸਿੰਘ ਨਾਲ ਗੱਲ ਕਰਨ ਡਿਆ ਆਂਦਾ, ਉਹਨੇ ਪੁੱਠੀ ਜੀ ਗੱਲ ਵੀ ਕੀਤੀ ਉਹਦੇ ਬਾਬੇ ਨਾਲ, 20 ਸਵਾਲ ਪੁੱਛੇ ਤੇ ਮਾਫੀ ਮੰਗੀ ਜਾਂਦਾ ਕਹਿੰਦਾ ਮੈਨੂੰ ਮਾਫੀ ਦੇ ਦਿਓ ਜੀ, ਮੈਨੂੰ ਮਾਫੀ ਦੇ ਦਿਓ ਜੀ, ਮਾਫੀ ਦੇ ਦਿਓ ਮੈਨੂੰ ਜੀ, ਮੈਨੂੰ ਮਾਫੀ ਦੇ ਦਿਓ। ਉਹਦੀ ਗੱਲ ਦੂਜੀ ਗੱਲ ਨਹੀਂ ਤੂੰ ਕਰਦਾ। ਹੁਣ ਉਹਦੇ ਵਿੱਚ ਇਸ ਕਰਕੇ ਉਹਦਾ ਸਟੇਟਸ ਰਿਪੋਰਟ ਮੰਗੀ ਆ ਵੀ ਉਹਦੀ ਪਟੀਸ਼ਨ ਤੇ ਵੀ ਗੌਰ ਕਰਨਾ ਤੇ ਤੁਸੀਂ ਵੀ ਆਪਣੀ ਸਟੇਟਸ ਫਾਈਨਲ ਕਰੋ ਵੀ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਜੀ। ਇੱਕ ਕੇਸ ਦੇ ਵਿੱਚ ਹੋਰ ਜਿਹਦੇ ਵਿੱਚ ਬਾਬੇ ਨੂੰ ਸਜ਼ਾ ਹੋਈ ਬਕਾਇਦਾ ਤੋਂ, ਉਹਦੇ ਵਿੱਚ ਹਾਈ ਕੋਰਟ ਜਿਹੜੀ ਸੀ ਉਹਨੂੰ ਜਿਹੜੀ ਸੀਬੀਆਈ ਦੀ ਕੋਰਟ ਸੀ ਉਹਨੂੰ 31 ਲੱਖ ਦੀ ਜੁਰਮਾਨਾ ਪਾਇਆ ਸੀ ਜੀ। ਉਹ ਵੀ ਕੱਲ ਉਹਦਾ ਮਾਫ ਕਰ ਦਿੱਤਾ ਗਿਆ ਹਾਈ ਕੋਰਟ ਨੇ ਵੀ ਚਲੋ ਜੁਰਮਾਨਾ ਮਾਫ ਕਰ ਜੀ। ਬਿਲਕੁਲ ਜੀ। ਤੇ ਹੁਣ ਜਿਹੜੇ ਦੋਨੇ ਆਪਣੇ ਮਾਮਲੇ ਹੋਏ ਸੀਗੇ ਕੀ ਕਹਿੰਦੇ ਆ ਬੇਅਦਬੀ ਵਾਲੇ, ਇਹਦੇ ਮਾਮਲਿਆਂ ਦੇ ਉੱਤੇ ਕੀ ਅਪਡੇਟ ਹੈ ਜੀ? ਵੇਖੋ ਜੀ, ਜਿਹੜਾ ਅੰਮ੍ਰਿਤਸਰ ਦਾ ਮਾਮਲਾ ਸੀਗਾ ਉਹਦੇ ਉੱਤੇ ਜਿਹਨੂੰ ਮਰਜ਼ੀ ਪੁੱਛੋ, ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਵੀ ਇਹਨਾਂ ਨੇ ਮਾਰ ਕੇ ਗਲਤੀ ਕੀਤੀ, ਬੰਦਾ ਨਾ ਮਰਦੇ ਤੇ ਉਹਦੇ ਦੀ ਬਕਾਇਦਾ ਤੇ ਪਤਾ ਲੱਗਦਾ ਕਿੱਥੋਂ ਆਇਆ ਤੇ ਕਿੱਥੋਂ ਨਹੀਂ ਆਇਆ। ਉਹਦੀ ਮੌਤ ਤੋਂ ਬਾਅਦ ਇਹਨਾਂ ਉਹਦੇ ਫਿੰਗਰਪ੍ਰਿੰਟ ਲੈਣ ਦੀ ਕੋਸ਼ਿਸ਼ ਕੀਤੀ, ਲੋਕਾਂ ਨੇ ਮੌਤ ਤੋਂ ਬਾਅਦ ਉਹ ਫਿੰਗਰਪ੍ਰਿੰਟ ਮਿਟ ਜਾਂਦੇ, ਉਹ ਨਹੀਂ ਮਿਲ ਸਕਦੇ। 2 ਡਾਕਟਰਾਂ ਨੇ ਜਿਹੜਾ ਸੀ ਪਰਸੋਂ ਉਹਦਾ ਪੋਸਟਮਾਰਟਮ ਕਰਨ ਤੋਂ ਇਨਕਾਰ ਕਰਤਾ ਸੀ ਕਿ ਇਹਨੇ ਜੋ ਕੀਤਾ ਸੀ ਇਹਦਾ ਪੋਸਟਮਾਰਟਮ ਨਹੀਂ ਕਰਨਾ। ਆਸਥਾ ਤੇ ਦਰਬਾਰ ਸਾਹਿਬ ਸਾਰਿਆਂ ਦੀ ਹੈਗੀ ਜੀ, ਲੇਕਿਨ ਫਿਰ ਉਹਨਾਂ ਨੂੰ ਮਨਾਇਆ ਗਿਆ ਤੇ ਉਹਦਾ ਕੱਲ ਅੱਜ ਫਿਰ ਪੋਸਟਮਾਰਟਮ ਕਰਕੇ ਅੱਜ ਉਹਦਾ ਸੰਸਕਾਰ ਕਰ ਦਿੱਤਾ, ਉਹ ਤੇ ਕਹਾਣੀ ਵੀ ਖਤਮ ਜੀ। ਜਿਹੜੀ ਬਕਾਇਦਾ ਤੌਰ ਤੇ ਕਪੂਰਥਲੇ ਵਾਲੀ ਗੱਲ ਆ, ਉਹ ਬੰਦਾ ਵਾਕਿਆ ਹੀ ਮੈਂਟਲ ਸੀਗਾ ਜੀ, ਥੋੜਾ ਜਿਹਾ ਮਨੋਵਿਗਿਆਨਕ ਤੌਰ ਤੇ ਕਮਜ਼ੋਰ ਸੀਗਾ। ਉਹ ਉੱਥੇ ਬੇਅਦਬੀ ਦੇ ਨਹੀਂ ਗਿਆ, ਉਹ ਨੀਤ ਨਾਲੀ ਚ ਗਿਆ, ਉਹ ਸਿਰਫ ਚੋਰੀ ਕਰਨ ਵਾਸਤੇ ਜਾਂ ਕੁਛ ਏਦਾਂ। ਉਹਨੇ ਵੇਖੋ ਉਹਨੇ ਨਾ ਕੋਈ ਚੋਰੀ ਕੀਤੀ ਨਾ ਕੁਛ ਕੀਤਾ, ਉਹ ਰਸੋਈ ਚ ਵੜਿਆ, ਰਸੋਈ ਚ ਉਹਨੇ ਚਾਹ ਬਣਾਈ, ਰੋਟੀ ਹੋਰਾਂ ਨੂੰ ਭੁੱਖ ਲੱਗੀ ਉਲਟੀ ਹੈ ਕੀ ਨਹੀਂ ਹੈਗਾ। ਹੁਣ ਜਿਹੜਾ ਇੱਥੇ ਅੰਮ੍ਰਿਤਸਰ ਸੁਦਰਸ਼ਨ ਨਗਰ ਦੇ ਵਿੱਚ ਕੀਤਾ ਉਹਨਾਂ ਨੇ, ਉਹ ਵੀ ਥੋੜਾ ਜਿਹਾ ਮੈਂਟਲੀ ਤੌਰ ਤੇ ਅਪਸੈਟ ਸੀਗਾ ਬੰਦਾ, ਤੇ ਉਹ ਆਮ ਤੌਰ ਤੇ ਲੋਕ ਤਾਂ ਸਵਾਲ ਇਹ ਕਰਦੇ ਵੀ ਮੰਦਰਾਂ ਚ ਕਿਉਂ ਨਹੀਂ ਵੜਦੇ ਪਤੰਦਰ? ਇਹ ਨਹੀਂ ਜਗ੍ਹਾ ਮਿਲਦੀ ਨਾ ਉੱਥੇ, ਤੁਹਾਨੂੰ ਪਤਾ ਜਾਂ ਮੰਦਰਾਂ ਵਾਲੇ ਵੜ ਨਹੀਂ ਦਿੰਦੇ, ਉਹਨਾਂ ਦੀ ਡਾਂਗ ਤਕੜੀ ਆ। ਫਿਰ ਗੱਲ ਤਾਂ ਇਹ ਵੀ ਵੇਖਣ ਵਾਲੀ ਗੱਲ ਹੈ। ਨਹੀਂ ਮੈਂ ਦੱਸਦਾ, ਭਗਤ ਪੂਰਨ ਸਿੰਘ ਜਿਹੜਾ ਨਾ ਜੀ, ਭਗਤ ਪੂਰਨ ਸਿੰਘ ਹਿੰਦੂ ਪਰਿਵਾਰ ਦੇ ਵਿੱਚੋਂ ਸੀ। ਇਹ ਹਰ ਸਾਲ ਜਾਂਦਾ ਸੀ ਮਾਤਾ ਵੈਸ਼ਨੋ ਜੀ। ਰਸਤੇ ਦੇ ਇੱਕ ਮੰਦਿਰ ਚ ਠਹਿਰ ਗਿਆ ਤੇ ਸਾਰਾ ਦਿਨ ਸੇਵਾ ਕਰਦੇ ਰਿਹਾ, ਤੇ ਉਹਨੂੰ ਕਹਿੰਦਾ ਯਾਰ ਮੈਂ ਇੱਥੇ ਕਿਤੇ ਕਹਿੰਦਾ ਨਾ ਸਾਡੇ ਮੰਦਿਰ ਚ ਕੋਈ ਜਗ੍ਹਾ ਨਹੀਂ ਹੈਗੀ, ਤੂੰ ਜਿੱਥੇ ਮਰਜ਼ੀ ਜਾ, ਜਿੱਥੇ ਮਰਜ਼ੀ ਸੌਂ। ਉਹ ਉੱਥੋਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਚਲਾ ਗਿਆ ਜੀ, ਉੱਥੇ ਜਾ ਕੇ ਸੇਵਾ ਕੀਤੀ ਤੇ ਬਕਾਇਦਾ ਤੌਰ ਤੇ ਉੱਥੇ ਸੇਵਾਦਾਰ ਨੇ ਇੰਨੀ ਗੱਲ ਵੀ ਜਿਹੜੀ ਸੰਗਤ ਨੇ ਰਹਿਣਾ ਉਹ ਇੱਥੋਂ ਦਰੀ ਤੇ ਸਰਾਣਾ ਤੇ ਕੇਸ ਲੈ ਸਕਦਾ ਵਾ, ਉਹ ਰਹਿ ਜਾਵੇ ਇੱਥੇ ਆਪਣਾ ਜੀ, ਤੇ ਜਿਹਨੇ ਜਾਣਾ ਚਲੇ ਜੇ। ਉਹ ਉੱਥੋਂ ਦਾ ਪ੍ਰਬੰਧ ਵੇਖ ਕੇ ਵੀ ਲੰਗਰ ਵੀ ਫ੍ਰੀ ਵਿਆ ਤੇ ਸਭ ਕੁਝ ਫ੍ਰੀ ਮਿਲ ਰਿਹਾ, ਤੇ ਤੁਹਾਨੂੰ ਕੱਪੜੇ ਵੀ ਦੇਣ ਦੇ, ਤੁਸੀਂ ਰਾਜਨਾ ਤੇ ਇੱਥੇ ਲੈ ਲਓ, ਦਰੀ ਲੈ ਲਓ ਤੇ ਆਪਣਾ ਕੇਸ ਲੈ ਲਓ ਤੇ ਨਾਲ ਲੈ ਲਓ, ਸਰਾਣਾ ਲੈ ਲਓ, ਸੌਂ ਜਾਓ। ਤੇ ਮੰਦਿਰ ਦੇ ਵਿੱਚ ਮੈਨੂੰ ਉਹਨਾਂ ਭਜਾਤਾ, ਉੱਥੋਂ ਸਾਰਾ ਦਿਨ ਸੇਵਾ ਕਰਦੇ ਰਹੇ, ਮੈਨੂੰ ਪਾਣੀ ਨਹੀਂ ਪੁੱਛਿਆ। ਗੁਰਦੁਆਰਿਆਂ ਦੀ ਇਹ ਗੱਲ ਵੀ ਭਾਵੇਂ ਗੁਰਦੁਆਰੇ ਦੇ ਬਾਹਰ ਤੁਸੀਂ ਬੈਠੋ ਤਾਂ ਵੀ ਤੁਹਾਨੂੰ ਕੋਈ ਆ ਕੇ ਪ੍ਰਸ਼ਾਦਾ ਛਕਾ ਜਾਂਦਾ, ਛਕਾ ਦਿੰਦਾ। ਬਿਲਕੁਲ, ਆ ਵੇਖਿਆ ਜੀ, ਕੋਈ ਚਾਹ ਪਿਆ ਜਾਂਦਾ।
ਹੁਣ ਨਹੀਂ ਤਾਂ ਪੁੰਨਦਾਨ ਵਾਲੇ ਥੋੜ੍ਹਾ- ਬਿਸਕੁਟ ਬਾਸਕਟ ਲਈ ਜਾਂਦੇ ਹੁੰਦੇ ਉਹੀ ਪਿਆ ਜਾਂਦੇ। ਇਸ ਕਰਕੇ ਗੁਰਦੁਆਰੇ ਦੇ ਬਾਹਰ ਆ ਕੇ ਪੈਂਦੇ, ਉੱਥੇ ਗੱਲ ਕੋਈ ਨਹੀਂ ਹੈਗੀ। ਉਹ ਬੰਦਾ ਜਿਹੜਾ ਸੁਦਰਸ਼ਨ ਨਗਰ ਬੈਠਾ ਸੀ ਉਹ ਗੁਰਦੁਆਰੇ ਦੇ ਬਾਹਰ ਸੁਣਦਾ ਸੀਗਾ ਤੇ ਉਹਨੂੰ ਕਿਸੇ ਨੂੰ ਭਜਾਤਾ ਜੀ। ਉੱਥੇ ਵੀ ਖਾਣਾ ਪੀਣਾ ਮਿਲ ਜਾਂਦਾ, ਮੁੜ ਕੇ ਭੁੱਖਾ ਮਰਨ ਲੱਗਾ। ਉਹਨੇ ਆ ਕੇ ਗੁਰਦੁਆਰੇ ਦਾ ਬੂਹਾ ਖੜਕਾਇਆ ਸੀ ਤੇ ਇਹਨਾਂ ਕਹਿ ਦਿੱਤਾ ਜੀ ਇਹ ਬੰਦਾ ਆ ਗਿਆ ਜੀ, ਇਹਦੇ ਬੇਅਦਬੀ ਕਰਨ ਵਾਸਤੇ ਆ ਜੀ। ਉਹਦੀ ਕੁੱਟ ਕੇ ਮਿੱਝ ਕੱਢਦੀ। ਮੁੜ ਕੇ ਕਿਸੇ ਸਿਆਣੇ ਬੰਦੇ ਨੇ ਆ ਕੇ ਸਮਝਾਓ ਇਹ ਤਾਂ ਬੰਦਾ ਪਾਗਲ ਹੈਗਾ, ਆਪੇ ਵੈਸੇ ਹੀ ਮੈਂਟਲੀ ਹੈਗਾ, ਤਾਂ ਤੁਸੀਂ ਕਿਉਂ ਕੁੱਟੀ ਜਾਂਦੇ ਹੋ? ਜੀ ਜੀ। ਤੇ ਪੁਲਿਸ ਅਜੇ ਤੱਕ ਉਹਦਾ ਇਲਾਜ ਕਰਾਉਣ ਲਈ ਜਿਹੜੀ ਆਪਾਂ ਗੱਲ ਕਰਦੇ ਕਪੂਰਥਲੇ ਦੀ, ਜੀ ਕਪੂਰਥਲੇ ਦੇ ਉੱਤੇ ਉਹ ਬੰਦੇ ਨਾਲ ਜ਼ਿਆਦਤੀ ਹੋਈ, ਉਹ ਬੇਅਦਬੀ ਦੇ ਮੂਲ ਨਾਲ ਨਹੀਂ ਸੀ ਗਿਆ, ਸਿਰਫ ਭੁੱਖਾ ਸੀ, ਜਾ ਕੇ ਰੋਟੀ ਖਾਧੀ, ਚਾਹ ਬਣਾਈ ਤੇ ਉਹਨਾਂ ਜਾ ਕੇ ਫੜ ਲਿਆ ਉਹਨੂੰ ਵੀ ਸਾਡੇ ਘਰ ਚੋਰੀ ਕਰਨਾ ਜੀ। ਤੇ ਰੌਲਾ ਪਾਤਾ ਜੀ, ਵੇਖੋ ਜੀ ਨਿਸ਼ਾਨ ਸਾਹਿਬ ਖੋਲਤਾ ਜੀ, ਫਲਾਨ ਕਰਤਾ ਜੀ, ਬੇਅਦਬੀ ਕਰਨ ਵਾਸਤੇ ਲੋਕਾਂ ਨੇ ਕੁੱਟ ਕੇ ਮਾਰਤਾ। ਉਹਦੇ ਵਿੱਚ ਸਾਡੇ ਗ੍ਰਹਿ ਮੰਤਰੀ ਨੇ ਕਹਿਤਾ ਜੀ ਬਿਲਕੁਲ ਨਹੀਂ, ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ, ਇਹ ਗਲਤ ਕੰਮ ਕੀਤਾ ਤੁਸੀਂ ਜੀ। ਡੀਜੀਪੀ ਨੂੰ ਕਹਿਤਾ ਵੀ ਤੂੰ ਜਾ ਕੇ ਆਪ ਇਨਕੁਆਇਰੀ ਕਰ ਤੇ ਜਿਹੜੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ। 3 ਬੰਦੇ ਚੁੱਕ ਵੀ ਰਹੇ ਸੀ ਉਸ ਗਿਣਤੀ ਸਮੇਤ ਜੀ। ਮੁੜ ਕੇ ਫਿਰ ਜਿਹੜੇ ਡੀਆਈਜੀ ਤੁਹਾਡੇ ਢਿੱਲੋਂ ਸਾਹਿਬ ਨੇ ਉਹਨਾਂ ਨੇ ਫਿਰ ਕਹਿਤਾ ਸੀ ਕੋਈ ਗੱਲ ਨਹੀਂ, ਛੱਡ ਦਿਓ ਹਾਲ ਦੀ ਘੜੀ ਤੁਸੀਂ। ਉਸ ਕੇਸ ਦੇ ਵਿੱਚ ਉਹ ਬੰਦਿਆਂ ਤੇ ਪਰਚਾ ਵੀ ਹੋਇਆ ਵਾ ਬਕਾਇਦਾ ਤੌਰ ਤੇ, ਜਿਵੇਂ 4 ਕੇ 5 ਬੰਦੇ ਬਾਈ ਨੇਮ ਹੋਏ ਤੇ ਬਾਕੀ ਤੇ ਅਣਪਛਾਤੇ ਹੋਇਆ। ਜੀ ਜੀ। ਉਹਦੇ ਵਿੱਚ ਉਹਨਾਂ ਬਖਸ਼ਣਾ ਨਹੀਂ ਵੀ ਤੁਸੀਂ ਯਾਰ ਜੇ ਬੇਅਦਬੀ ਕੀਤੀ ਨਹੀਂ, ਕੋਈ ਗੱਲ ਕੀਤਾ ਨਹੀਂ, ਤੁਸੀਂ ਕਿਉਂ ਉਹਨੂੰ ਬਣਾਈ ਜਾਂਦੇ? ਹੁਣ ਅਸੀਂ ਦਰਬਾਰ ਸਾਹਿਬ ਦੀ ਗੱਲ ਹੋਈ, ਅਸੀਂ ਬਰੀ ਤਾਂ ਬਿਲਕੁਲ ਨਹੀਂ ਕਰਦੇ ਉਹਨੂੰ, ਸਿਰਫ ਇੱਕੋ ਗੱਲ ਕਹਿੰਦੇ ਇੰਨੀ ਗੱਲ ਵੀ ਉਹਦੀ ਪੁੱਛ ਪੜਤਾਲ ਪਹਿਲਾਂ ਜ਼ਰੂਰੀ ਸੀ। ਜੀ। ਕਿੱਥੋਂ ਆਇਆ, ਕੌਣ ਸੀ, ਇਹਦਾ ਤੁਸੀਂ ਪਰਦਾ ਪਾ ਕੇ ਉਹਨੂੰ ਮਾਰ ਕੇ ਪਰਦਾ ਪਾਤਾ ਜੀ। ਹੁਣ ਜੇ ਸ਼ੱਕ ਦੀ ਸੂਈ ਅਸੀਂ ਕਿ ਤੁਹਾਡੇ ਵੱਲ ਜਾਂਦੀ ਫਿਰ ਤੁਸੀਂ ਕਹੋਗੇ ਠੀਕ ਹੈ ਨਾ। ਇਸ ਕਰਕੇ ਜਿਹੜਾ ਸੀ ਉਹਦੇ ਤੇ ਗ੍ਰਹਿ ਮੰਤਰੀ ਨੇ ਵੀ ਕਿਹਾ, ਕੈਪਟਨ ਸਾਹਿਬ ਨੇ ਵੀ ਕਿਹਾ, ਪੁਲਿਸ ਨੇ ਵੀ ਕਿਹਾ, ਸਾਰਿਆਂ ਕਿਹਾ ਵੀ ਇਹਨਾਂ ਨੇ ਉਹਨੂੰ ਮਾਰ ਕੇ ਜਿਹੜਾ ਇੱਕ ਗੁਨਾਹ ਕੀਤਾ ਤੇ ਉਹਦੇ ਕੋਲ ਜਿਹੜਾ ਅਗਲਾਉਣੀ ਸੀ ਗੱਲ ਵੀ ਤੂੰ ਕਿੱਥੋਂ ਆਇਆ, ਕੌਣ ਹੈ, ਉਹ ਰਹਿ ਗਈ ਜੀ। ਸੋ ਜਾਂਦੇ ਜਾਂਦੇ ਥੋੜੇ ਟਾਈਮ ਦੇ ਵਿੱਚ ਉਹ ਕਿਡਨੀ ਵਾਲੇ ਡਾਕਟਰਾਂ ਦਾ ਵੀ ਦੱਸ ਦਿਓ ਕੀ ਬਣਿਆ। ਅੰਮ੍ਰਿਤਸਰ ਦੇ ਬੜੇ ਮਸ਼ਹੂਰ ਸੀਗੇ ਉਹ। ਇੱਕ ਵਾਰੀ ਨਾ ਜੀ, ਇਹ ਮੇਰੇ ਖਿਆਲ ਸ਼ਾਇਦ 2001 ਦੀ ਗੱਲ ਹੈ। ਉਸ ਟਾਈਮ ਦੇ ਉੱਤੇ ਬਕਾਇਦਾ ਤੌਰ ਤੇ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਨ ਉਦੋਂ ਜੀ, ਉਹਨਾਂ ਦੀ ਜੇਬ ਦੇ ਵਿੱਚ ਕੁਝ ਪੈਸੇ ਪਾਤੇ ਸੀ, ਬੰਡਲ ਇਹਨਾਂ ਆਪਣਿਆਂ ਨੇ ਦੇਸ਼ ਸੇਵਕ ਅਖਬਾਰ ਵਾਲਿਆਂ ਨੇ ਕਿ ਡਾਕਟਰ ਸਰੀਨ ਨੂੰ ਮਿਲ ਰਹੇ ਨੇ, ਉਹਨੇ ਪੈਸੇ ਦਿੱਤੇ ਨੇ ਤੇ ਪੈਸੇ ਇਹਨਾਂ ਦੀ ਜੇਬ ਚ ਪਏ ਨੇ। ਉਹ ਅੱਧੇ ਕੁ ਬਾਹਰ ਦੱਸਣ ਦੇ ਕੋਰਟ ਦੀ ਜੇਬ, ਸਿਆਲ ਦਾ ਦਿਨ ਸੀਗਾ ਜੀ। ਉਹਨਾਂ ਕਿਵੇਂ ਬਣਾਏ ਕਿਵੇਂ ਨਹੀਂ ਬਣਾਏ ਨਹੀਂ ਪਤਾ। ਬਾਦਲ ਸਾਹਿਬ ਤੁਹਾਨੂੰ ਪਤਾ ਇਹਨਾਂ ਗੱਲਾਂ ਦੀ ਪਰਵਾਹ ਪੂਰੀ ਘੱਟ ਹੀ ਕਰ ਦਿੰਦੇ ਕਿ ਜਿਹਨੇ ਜੋ ਕਰਨਾ ਕਰੀ ਜੋ, ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ। ਉਹਦੇ ਵਿੱਚ ਡਾਕਟਰ ਸਰੀਨ ਜਿਹੜਾ ਅਸਲੀ ਮੇਨ ਕਲਪਰੇਟ ਸੀ, ਉਹਦੀ ਹੋ ਗਈ ਡੈਥ। ਇੱਕ ਡਾਕਟਰ ਹੋਰ ਸੀ, ਦੋ ਡਾਕਟਰ ਦੀ ਡੈਥ ਹੋਈ ਹੈ ਜੀ। ਉਹਦੇ ਵਿੱਚ ਜਿਹੜੇ ਹੁਣ ਬਕਾਇਦਾ ਤੌਰ ਤੇ ਜਿਹੜੇ ਬਾਕੀ ਡਾਕਟਰ ਸੀ, 2 ਡਾਕਟਰ ਸੀ, ਭੁਪਿੰਦਰ ਸਿੰਘ ਤੇ ਭੂਸ਼ਣ, ਇਹਨਾਂ ਦੋਵਾਂ ਨੂੰ 10-10 ਸਾਲ ਦੀ ਸਜ਼ਾ ਜਿਹੜੀ ਆ ਉਹਦੀ ਮਨੁੱਖੀ ਅੰਗ ਜਿਹੜੇ ਬਦਲ ਜਿਹੜੇ ਨਾ ਕਿਸੇ ਦੇ, ਕਿਉਂਕਿ ਇਹ ਉੱਥੇ ਬੰਦੇ ਲਿਆਉਂਦੇ ਸੀਗੇ, ਉਹਨੂੰ ਬਹਾਨਾ ਕੋਈ ਹੋਰ ਮਾਰਦੇ ਸੀਗੇ, ਪੈਸੇ ਥੋੜੇ ਬੜੇ ਦੇ ਦਿੰਦੇ ਸੀ, ਉਹਦੀ ਕਿਡਨੀ ਕੱਢ ਦਿੰਦੇ ਸੀਗੇ, ਉਹਦਾ ਪ੍ਰੋਪਰ ਇਲਾਜ ਨਹੀਂ ਸੀ ਕਰਦੇ। ਤੇ ਇੱਕ ਬਗੀਚਾ ਸਿੰਘ ਨਾਂ ਦਾ ਮੁੰਡਾ ਸੀ, ਜੇ ਮਤਲਬ ਪੂਰਾ ਉਹਦੀ ਉਮਰ ਪੂਰੀ ਨਹੀਂ ਸੀ ਜੀ, ਮਾਈਨਰ ਸੀਗਾ, ਮਤਲਬ ਨਾਬਾਲਗ ਸੀਗਾ। ਉਹਦੀ ਇਹਨਾਂ ਕਿਡਨੀ ਕੱਢਣ ਤੋਂ ਬਾਅਦ ਆਪਰੇਸ਼ਨ ਦੇ ਬਹਾਨੇ ਉਹਨੂੰ ਸੜਕ ਤੇ ਸੁੱਟਤਾ ਤੇ ਕਹਿ ਦਿੱਤਾ ਜੀ ਇਹਦਾ ਐਕਸੀਡੈਂਟ ਹੋ ਗਿਆ ਜੀ। ਤੇ 2003 ਦੀ ਗੱਲ ਤੇ 2013 ਚ ਆ ਕੇ ਇਹਦੀ ਫਿਰ ਇਨਕੁਆਇਰੀ ਲੱਗੀ। ਉਦੋਂ ਐਸਪੀ ਹੁੰਦਾ ਸੀ ਕੁੰਵਰ ਵਿਜੇ ਪ੍ਰਤਾਪ ਜੀ। ਉਹਦੇ ਵਿੱਚ ਫਿਰ ਬਕਾਇਦਾ ਤੌਰ ਤੇ ਨਾ ਮੁਕੱਦਮਾ ਦਰਜ ਕਰਕੇ ਉਹਦੀ ਪੜਤਾਲ ਕੀਤੀ ਤੇ ਉਹ ਡਾਕਟਰ ਦੋਸ਼ੀ ਪਾਏ ਗਏ ਤੇ ਇਹਨਾਂ ਨੇ ਬੰਦਾ ਮਾਰਿਆ ਇਸ ਤਰੀਕੇ। ਜਦੋਂ ਉਹ ਬੰਦਾ ਮਾਰਨ ਦੀ ਗੱਲ ਚੱਲੀ ਜੀ, ਉਹ ਫਿਰ ਇਨਕੁਆਇਰੀ ਬੜੀ ਹਾਰਡ ਚੱਲੀ ਸੀ। ਡਾਕਟਰ ਸਰੀਨ ਜਿਹੜਾ ਸਪੈਸ਼ਲਿਸਟ ਸੀ ਇਸ ਚੀਜ਼ ਦਾ, ਬੜਾ ਤਗੜਾ ਸਪੈਸ਼ਲਿਸਟ ਜੀ, ਉਹਨੂੰ ਬਕਾਇਦਾ ਤੌਰ ਤੇ ਲੰਮਾ ਸਮਾਂ ਜੇਲ੍ਹ ਚ ਰਹਿਣਾ ਪਿਆ। ਮੁੜ ਕੇ ਉਹਨੂੰ ਬੇਲ ਮਿਲੀ। ਬੇਲ ਮਿਲਣ ਤੋਂ ਬਾਅਦ ਡੀਮੋਲੇਜ ਇੰਨਾ ਹੋ ਗਿਆ ਵੀ ਜਿਵੇਂ ਛਦਾਈ ਬੰਦਾ ਹੋ ਜਾਂਦਾ ਨਾ ਜੀ, ਇਸ ਤਰ੍ਹਾਂ ਦਾ ਹੋ ਗਿਆ। ਫਿਰ ਉਹਨੂੰ ਜਿਹੜੀ ਸੀ ਉਹ ਵਿਦੇਸ਼ ਵੀ ਗਿਆ, ਫਿਰ ਉੱਥੋਂ ਆ ਗਿਆ, ਫਿਰ ਉਹਦੀ ਡੈਥ ਹੋ ਗਈ। ਡਾਕਟਰ ਬਹੁਤ ਇੰਟੈਲੀਜੈਂਟ ਸੀ, ਲੇਕਿਨ ਪੈਸਿਆਂ ਵਾਲੇ ਪੈਸੇ ਪਾ ਕੇ ਉਹਨੇ ਬੇੜਾ ਗਰਕ ਕਰ ਲਿਆ ਆਪਣਾ ਜੀ। ਜੇ ਉਸ ਪਾਸੇ ਨਾ ਪੈਂਦਾ ਤੇ ਸ਼ਾਇਦ ਉਹਦਾ ਕੋਈ
ਉਹਦਾ ਉਹ ਕਹਿੰਦੇ ਸੀ ਵੀ ਉਹ ਲਿਵਰ ਵੀ ਪਹਿਲੀ ਵਾਰੀ ਅੰਮ੍ਰਿਤਸਰ ਕਰਨ ਲੱਗੇ ਵੀ ਲਿਵਰ ਟ੍ਰਾਂਸਫਰ ਵੀ ਕਰ ਦਈਏ ਵੱਢ ਕੇ। ਹਾਂਜੀ ਹਾਂਜੀ। ਹੁਣ ਇਹਨਾਂ ਨੇ ਕੀ ਕੀਤਾ, ਇਹ ਡਾਕਟਰ ਜਿਹੜੇ ਦੋ ਸੀਗੇ ਇਹਨਾਂ ਨੂੰ ਉਸ ਬਗੀਚਾ ਸਿੰਘ ਵਾਲੇ ਕੇਸ ਦੇ ਵਿੱਚ ਜਿਹੜੀ 10 ਸਾਲ ਸਜ਼ਾ ਹੋਈ ਆ, ਤੇ ਇੱਕ ਉਹਦੇ ਵਿੱਚ ਜਿਹੜੀ ਇੱਕ ਕੇਸ ਹੋਰ ਆ ਉਹ 'ਚ 5 ਸਜ਼ਾ ਹੋਈ ਆ। ਇੱਕ ਕੇਸ ਕੋਈ ਇਸ ਕੇਸ ਸਾਜ਼ਿਸ਼ ਕੀਤੀ ਉਹਦੇ 'ਚ 1.5 ਸਾਲ ਸਜ਼ਾ ਹੋਈ, ਤੇ ਨਾਲ ਇਹਨਾਂ ਨੂੰ 15,000 ਰੁਪਏ ਜੁਰਮਾਨਾ ਵੀ ਹੋਇਆ ਇਹਨਾਂ ਨੂੰ, ਤੇ ਇਹ ਬੰਦੇ ਚਲੇ ਗਏ ਅੰਦਰ। ਹੁਣ ਜੀ ਇਹਨਾਂ ਦੇ ਵਿੱਚ ਪਹਿਲਾ ਕੇਸ ਕੀ ਉਹਨਾਂ ਦਾ ਜਿਹੜਾ ਇਹ 2001 ਦੀ ਗੱਲ ਆ ਜੀ, ਜਿਹੜਾ ਬਗੀਚਾ ਸਿੰਘ ਜੀ ਨਾਬਾਲਗ ਲੜਕਾ ਸੀ, ਇਹਦੀ ਕਿਡਨੀ ਟ੍ਰਾਂਸਪਲਾਂਟ ਦਾ ਮਾਮਲਾ ਸੀਗਾ, ਤੇ ਇਹਨਾਂ ਕਿਡਨੀ ਰੈਕਟ ਚਲਾ ਕੇ ਉਹਦੀ ਕਿਡਨੀ ਕੱਢ ਲਈ, ਤੇ 2013 ਚ ਇਹਦਾ ਫੈਸਲਾ ਆ ਗਿਆ ਜੀ। ਦੂਸਰਾ ਕਲਾਸ ਇਹਨਾਂ ਦੀ ਸੀ ਜਿਹੜੇ ਇਹਨਾਂ ਦਾ ਟਿੰਕੂ ਦਲਾਲ ਸੀ। ਟਿੰਕੂ ਦਲਾਲ ਕੀ ਕਰਦਾ ਸੀ, ਇੱਥੇ ਸਾਡੇ ਹੈਗਾ ਗੋਲਬਾ ਹੈਗਾ, ਉੱਥੇ ਆਮ ਤੌਰ ਤੇ ਲੋਕੀ ਬੈਠੇ ਰਹਿੰਦੇ ਆ ਕੇ ਗਰੀਬ ਹੋਏ ਜਿਹੜੇ ਬੈਠੇ ਰਹਿੰਦੇ ਆ, ਕੋਈ ਪ੍ਰਵਾਸੀ ਮਜ਼ਦੂਰ ਆ ਗਏ, ਕੋਈ ਰਿਕਸ਼ੇ ਵਾਲੇ ਆ ਗਏ, ਉਹਨਾਂ ਨੂੰ ਗੁੰਮਰਾਹ ਕਰਕੇ ਲਿਆਉਂਦਾ ਸੀ, ਤੇ ਉਹਨਾਂ ਦੀ ਕਿਡਨੀ ਕੱਢ ਕੇ ਥੋੜੇ ਬਾਲੇ ਪੈਸੇ ਦੇ ਦਿੱਤੇ, ਤੇ ਬਾਕੀ ਮਾੜਾ ਮੋਟਾ ਇਲਾਜ ਕੀਤਾ ਤੇ ਤੋੜਤਾ, ਉਹ ਬੰਦਾ ਘਰ ਜਾ ਕੇ ਡੈਥ ਹੋ ਜਾਂਦੀ ਸੀ ਜੀ। ਤੀਸਰੀ ਜਿਹੜੀ ਕਿਡਨੀ ਵਾਲਾ ਕੀਤਾ ਇਹਨਾਂ ਨੇ, ਇਹਦੇ ਵਿੱਚ ਇਹਨਾਂ ਨੇ ਇੱਕ ਤੀਸਰੇ ਜਿਹੜੀ ਨੇ ਇੱਕ ਰੱਖਿਆ ਸੀ ਆਪਣੇ ਇੱਥੇ ਮਜੀਠਾ ਰੋਡ ਦੇ ਉੱਤੇ ਨਾ ਕਮਰੇ ਦੇ ਵਿੱਚ, 2 ਬੰਦੇ ਰੱਖੇ ਸੀ ਇਹਨਾਂ ਨੇ ਜੀ, ਕਿ ਜਿਨ੍ਹਾਂ ਦੀ ਕਿਡਨੀ ਲੈਣੀ ਸੀ ਜੀ ਇਹਨਾਂ ਨੇ, ਉਹ ਫਿਰ ਉਹ ਫੜੇ ਗਏ, ਉਹ ਬਰਾਮਦ ਕੀਤੇ ਗਏ, ਬਕਾਇਦਾ ਤੌਰ ਤੇ ਪੁਲਿਸ ਨੇ ਬਰਾਮਦ ਕੀਤੇ। ਉਹ ਕੇਸ ਸੀ ਜੀ। ਇਹਨਾਂ ਤਿੰਨਾਂ ਕੇਸਾਂ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਨੇ ਬੜੀ ਤਕੜੀ ਇਹਦੀ ਜਿਹੜੀ ਸੀ ਕੀਤੀ ਸੀ, ਤਫਤੀਸ਼ ਕੀਤੀ ਸੀ। ਉਦੋਂ ਤਰ੍ਹਾਂ ਕਰਦੇ ਸੀ ਸਾਰੇ ਵੀ ਕਰਕੇ ਹੈ ਜੀ। ਇਹਦੇ ਵਿੱਚ ਇੱਕ ਕਮੇਟੀ ਬਣਦੀ ਸੀ ਬਕਾਇਦਾ ਤੌਰ ਤੇ ਵੀ ਜਿਹੜੀ ਕਿਡਨੀ ਕਿਸੇ ਦੇਣੀ ਹੈ, ਤੇ ਇਹ ਕਮੇਟੀ ਦੇ ਵਿੱਚ ਮੈਡੀਕਲ ਜਿਹੜਾ ਇੱਥੇ ਕਾਲਜ ਹੈ ਉਹਦਾ ਜਿਹੜਾ ਪ੍ਰਿੰਸੀਪਲ ਉਹ ਵੀ ਮੈਂਬਰ ਹੁੰਦਾ ਜੀ। ਉਹਦੇ ਵਿੱਚ ਡਾਕਟਰ ਇੱਕ ਗਾਰਗੀ ਉਹ ਸੀ, 3-4 ਕਮੇਟੀ ਹੁੰਦੀ ਉਹ ਜੀ। ਉਹਦੇ ਵਿੱਚ ਫਿਰ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਤਾਂ ਨਾ ਬਰੀ ਕਰ ਦਿੱਤਾ ਜਿਹੜਾ ਕੱਲ ਸੀਗਾ, ਲੇਕਿਨ ਆਹ 2 ਡਾਕਟਰ ਉਸ ਕਿਡਨੀ ਰੈਕਟ ਦੇ ਵਿੱਚ ਬਕਾਇਦਾ ਤੌਰ ਤੇ 10-10 ਸਾਲ ਵਾਸਤੇ ਜੇਲ੍ਹ ਭੇਜ ਦਿੱਤੇ। ਜਿਹੜਾ ਡਾਕਟਰ ਸਰੀਨ ਸੀਗਾ ਉਹਦੀ ਡੈਥ ਹੋ ਚੁੱਕੀ, ਪਹਿਲੇ ਵੀ ਮਰ ਚੁੱਕਾ ਵਾ ਜੀ। ਇੱਕ ਉਹਦੇ ਨਾਲ ਡਾਕਟਰ ਹੋਰ ਸੀਗਾ, ਉਹ 2 ਦੀ ਡੈਥ ਹੋ ਗਈ ਸੀ। ਜਿਹੜਾ ਟਿੰਕੂ ਆ ਉਹਦੀ ਵੀ ਡੈਥ ਹੋ ਚੁੱਕੀ ਆ। ਇਸ ਕਰਕੇ ਜਿਹੜੇ ਬੰਦੇ ਬਚੇ ਸੀ ਉਹਨਾਂ 'ਚ 2 ਨੂੰ ਸਜ਼ਾ ਹੋਈ ਆ, ਬਾਕੀ ਉਹਨਾਂ ਜਿਹੜੇ ਸੀ ਉਹਨਾਂ ਨੂੰ ਸ਼ੱਕ ਦਾ ਜਿਹੜਾ ਆਧਾਰ ਦੇ ਕੇ ਜਿਹੜੀ ਸੀ ਬਰੀ ਕਰ ਦਿੱਤਾ ਜੀ ਜੀ। ਸਾਡੇ 'ਚ ਅੱਜ ਜਿਹੜੀ ਬੜੀ ਪ੍ਰੋਬਲਮ ਹੈਗੀ ਹੈ, ਹੈਦਰਾਬਾਦ ਤੁਸੀਂ ਚੱਲ ਜਾਓ, ਹੈਦਰਾਬਾਦ ਵਿੱਚ ਕੋਈ ਐਕਸੀਡੈਂਟ ਕੇਸ ਹੁੰਦਾ, ਬੜੇ ਲੋਕੀ ਇਮਾਨਦਾਰੀ ਨਾਲ ਕਹਿੰਦੇ ਵੀ ਸਾਡੇ ਬੰਦੇ ਦੇ ਜੇ ਕੋਈ ਅੰਗ ਕਿਸੇ ਕੰਮ ਦਾ ਤੇ ਲੈ ਲਓ ਜੀ। ਉੱਥੇ ਲੋਕ ਕੀ ਕਰਦੇ, ਜਾ ਕੇ ਹੈਦਰਾਬਾਦ ਹਸਪੀਟਲ 'ਚ ਆਪਣਾ ਨਾਮ ਨੋਟ ਕਰਾਉਂਦੇ, ਜੀ ਮੇਰੀ ਕਿਡਨੀ ਖਰਾਬ ਜਾਂ ਮੈਨੂੰ ਕੋਈ ਹੋਰ ਚਾਹੀਦਾ, ਕੋਈ ਬੱਚੇ ਕੋਈ ਚਾਹੀਦਾ, ਜੋ ਵੀ ਕਹਿੰਦੇ ਕਹਿ ਦਿੰਦੇ ਜੀ। ਉਹ ਫਿਰ ਜਦੋਂ ਉਹਨਾਂ ਦੇ ਮੈਚ ਦਾ ਆਉਂਦਾ ਫਿਰ ਫੋਨ ਕਰਦੇ, ਭਾਈ ਤੁਸੀਂ ਆਪਣੇ ਪੈਸੇ ਪੂਸੇ ਲੈ ਕੇ ਆ ਜਾਓ ਤੇ ਆਜੋ, ਤੁਹਾਡਾ ਅਸੀਂ ਪਾ ਦਿੰਦੇ। ਸਾਡੇ ਇੱਥੇ ਸਿਸਟਮ ਕੋਈ ਪੰਜਾਬ 'ਚ ਹੋਰ ਆ ਜੀ। ਸਾਡੇ ਸਿਸਟਮ ਇਹ ਆ ਵੀ ਸਾਡੀ ਜੇ ਕਿਸੇ ਦੀ ਕਿਡਨੀ ਖਰਾਬ ਹੋ ਗਈ ਤੇ ਉਹਨੂੰ ਪਰਿਵਾਰ ਦਾ ਮੈਂਬਰ ਹੀ ਜਾਂ ਰਿਸ਼ਤੇਦਾਰ ਦੇ ਸਕਦਾ, ਨਜ਼ਦੀਕੀ ਰਿਸ਼ਤੇਦਾਰ, ਕੋਈ ਬਾਹਰ ਦਾ ਬੰਦਾ ਨਹੀਂ ਦੇ ਸਕਦਾ। ਬਾਹਰ ਦੇ ਬੰਦੇ 'ਚ ਇਹਨਾਂ ਜੋ ਕਹੀ ਸੀ ਕਿ ਸੇਲ ਹੁੰਦੀ ਹੈ ਜੀ, ਇਹ ਖਰੀਦਦੇ ਨੇ ਪੈਸੇ ਵਾਲੇ ਖਰੀਦ ਕੇ। ਪਾਕਿਸਤਾਨ ਦੇ ਵਿੱਚ ਅਲਾਊਡ ਹੈ ਜੀ, ਬਹੁਤ ਵੱਡਾ ਉੱਥੇ ਚੱਲਦਾ ਕੰਮ। ਹਾਂਜੀ ਚੱਲਦਾ ਨਹੀਂ, ਇੱਥੇ ਵੀ ਚੱਲਦਾ ਸੀ ਪਹਿਲਾਂ। ਇਹ ਫਿਰ ਉਦੋਂ ਕਿਡਨੀ ਸਕੈਮ ਜਦੋਂ ਹੋਇਆ ਉਦੋਂ ਬੰਦ ਕਰ ਦਿੱਤਾ ਨਾ, ਵੀ ਕਿਡਨੀ ਸਕੈਮ ਬੜਾ ਤਕੜਾ ਹੋਇਆ ਜੀ ਇਹਦੇ ਵਿੱਚ ਜੀ ਜੀ ਜੀ। ਇਸ ਕਰਕੇ ਕੁੰਵਰ ਵਿਜੇ ਪ੍ਰਤਾਪ ਨੇ ਇਸ ਗੱਲ ਦਾ ਸਲਾਹ ਜਾਂਦਾ ਕਿ ਉਸ ਬੰਦੇ ਨੇ ਉਸ ਰੈਕਟ ਦਾ ਜਦੋਂ ਹੱਥ ਨਹੀਂ ਸੀ ਪਾਉਂਦਾ ਉਹਨੂੰ, ਜਿਹੜਾ ਵੀ ਕਿਤੇ ਨਾਂ ਦਿੰਦਾ ਸੀ ਮਿੰਟੋ ਮਿੰਟੀ ਪਰਚਾ ਕਰਕੇ ਬੰਦਾ ਜੇਲ੍ਹ ਭੇਜ ਦਿੰਦੇ, ਇੰਨੀ ਚੱਲਦੀ ਸੀ ਉਦੋਂ ਜੀ। ਲੇਕਿਨ ਕੁੰਵਰ ਵਿਜੇ ਪ੍ਰਤਾਪ ਨੇ ਹੱਥ ਪਾਇਆ, ਇਮਾਨਦਾਰੀ ਨਾਲ ਕੰਮ ਕੀਤਾ, ਨਾਲ ਵਿਸ਼ਵਾਮਿੱਤਰ ਐਸੇ ਸੀ, ਨਾਲ 2-3 ਬੰਦੇ ਉਹਦੇ ਹੋਰ ਲਾਏ ਸੀ ਉਹਨੇ, ਬੜੇ ਬੰਦੇ ਠੀਕ ਸੀਗੇ ਜੀ ਜੀ। ਲੇਕਿਨ ਇਸ ਕੇਸ ਦੇ ਵਿੱਚ 19 ਸਾਲ ਬਾਅਦ ਬਕਾਇਦਾ ਤੌਰ ਤੇ ਜਾ ਕੇ ਇਨਸਾਫ ਮਿਲਿਆ। ਕਾਲ ਲੈ ਲਈਏ ਜੀ, ਕਾਲ ਲੈ ਲਈਏ ਫਿਰ ਆਪਾਂ ਇਜਾਜ਼ਤ ਲਵਾਂਗੇ ਜੀ ਤੁਹਾਡੇ ਤੋਂ। ਸਤਿ ਸ਼੍ਰੀ ਅਕਾਲ ਜੀ, 92-164 ਤੇ ਆਨ ਏਅਰ। ਜੀ ਸਤਿ ਸ਼੍ਰੀ ਅਕਾਲ, ਜਗਜੀਤ ਬੋਲਦਾ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਜੀ ਸੀਗਾ ਜੀ, ਜਿੰਨਾ ਹੀ ਬੀਜੇਪੀ ਦੇ ਵਿੱਚ ਲੀਡਰਾਂ ਦੀ ਜਾਣ ਦੀ ਹੋੜ ਲੱਗੀ ਹੋਈ, ਉਹ ਤਾਂ ਐਂ ਲੱਗਦਾ ਵੀ ਵੋਟਰਾਂ ਨਾਲੋਂ ਵੱਧ ਜਾਂਦੇ ਘਰ ਦੇ ਮੈਂਬਰਾਂ ਦੀਆਂ ਵੋਟਾਂ ਪਵਾ ਲੈਣਗੇ, ਸਰਕਾਰ ਤਾਂ ਵੀ ਬਣੀ ਜਾਣੀ ਉਹਨਾਂ ਦੀ। ਇੱਕ ਜਿਹੜਾ ਜੀ ਥਲੀ ਦੇ ਨਾਲ ਮੈਂ ਕਿਸੇ ਸਾਬਕਾ ਫੌਜੀ ਦੀ ਇੱਕ ਵੀਡੀਓ ਸੁਣਦਾ ਸੀ, ਉਹ ਕਹਿੰਦਾ ਵੀ ਜਿਹੜੇ ਬੇਅਦਬੀ ਵਾਲੇ ਬੰਦੇ ਕੁੱਟ ਕੇ ਮਾਰਦੇ ਆ, ਉਹਦੇ ਨਾਲੋਂ ਬੈਟਰ ਉਹਨਾਂ ਨੂੰ 1-2 ਦਿਨ ਬੰਦ ਕਰਕੇ ਬੰਨ੍ਹ ਕੇ ਰੱਖਣ। ਉਹ ਕਹਿੰਦਾ ਅਸੀਂ ਅੱਗੇ ਅੱਤਵਾਦੀ ਫੜਦੇ ਰਹੇ ਹਾਂ ਜੰਮੂ 'ਚ, ਇਹਨਾਂ ਦੇ ਟੀਕਾ ਇੰਨਾ ਸਟਰੋਂਗ ਲਾਇਆ ਹੁੰਦਾ, ਕੁੱਟ ਲਓ ਮਾਰ ਲਓ, ਇਹਨਾਂ ਨੂੰ ਕੋਈ ਸੁਰਤ ਹੀ ਨਹੀਂ ਹੈ। 2 ਦਿਨਾਂ ਬਾਅਦ ਜਦੋਂ ਨਸ਼ਾ ਟੁੱਟਦਾ ਫਿਰ ਤੋਤੇ ਵਾਂਗੂ ਬੋਲਦੇ ਆ। ਮੇਰਾ ਖਿਆਲ ਆ ਵੀ ਆਪਣੇ ਬੰਦੇ ਥੋੜੀ ਜਿਹੀ ਤੇਜ਼ੀ ਵੀ ਕਰ ਦਿੰਦੇ ਆ। ਪਰ ਜਗਜੀਤ ਜੀ ਗੱਲ ਇਹ ਹੈ ਨਾ, ਗੱਲ ਕਹਿਣੀ ਬੜੀ ਸੌਖੀ ਹੈ, ਕਾਨੂੰਨਨ ਤੁਸੀਂ ਕਿਸੇ ਨੂੰ ਰੱਖ ਨਹੀਂ ਸਕਦੇ।
ਬੰਨ ਕੇ ਹਾਂ। ਆਪਦੇ ਘਰੇ ਉਹ ਇੱਕ ਜਿਹੜਾ ਇਲੀਗਲ ਤੁਹਾਡੀ ਕਨਫਾਈਨਮੈਂਟ post ਪਾਈ ਬਣਦੀ ਹੋਈ ਹੈ। ਸੀਗੀ ਜੀ, ਇੱਕ ਜਿਹੜੀ ਜੀ ਤੁਹਾਡੀ ਪੋਸਟ ਪਾਈ ਹੋਈ ਸੀ ਚੰਡੀਗੜ੍ਹ ਦਾ ਮਸਲਾ, ਉਹਦਾ ਵੀ ਦੱਸ ਦਿੰਦੇ ਸੀਗੇ ਵੀ ਜੇ ਉਹ ਕਹਿੰਦੇ ਵੀ ਹੁਣ ਦੇਣ ਨੂੰ ਤਿਆਰ ਆ, ਪੰਜਾਬ ਵਾਲੇ ਲੈਂਦੇ ਨਹੀਂ ਹੈਗੇ, ਉਹ ਕੀ ਮਸਲਾ ਸੀਗਾ ਜੀ, ਦੱਸ ਦਿਓ। ਨਹੀਂ ਹਜੇ ਲੈਣ ਨੂੰ ਕਿਹਨੇ ਆਖਿਆ ਜੀ, ਇਹ ਤਾਂ ਗੱਲਾਂ ਦੀ ਚਰਚਾ ਹੀ ਹੈ ਜੀ। ਠੀਕ ਹੈ ਜੀ। ਨਹੀਂ ਜਿਹੜੀ ਗੱਲ ਜਗਜੀਤ ਨਾਲ ਠੀਕ ਹੈ ਜੀ ਤੁਸੀਂ ਬੇਸ਼ੱਕ ਉਹਨੂੰ ਇਲੀਗਲ ਕਨਫਾਈਨਮੈਂਟ ਨਹੀਂ ਰੱਖ ਸਕਦੇ, ਹੂੰ ਇਹ ਚ ਕੋਈ ਦੋਰਾਵਾਂ ਨਹੀਂ ਹੈਗੀਆਂ। ਜੀ ਲੇਕਿਨ ਜਦੋਂ ਕੋਈ ਮਜਬੂਰੀ ਹੋਵੇ ਤਾਂ ਉਹਨੂੰ ਤੁਸੀਂ ਕਿਤੇ ਜਿਹੜੀ ਨਾ ਤੇਰੀ ਆਪਣਾ ਸੋਸ਼ਲ ਜਿਹੜੀ ਸੇਵਾ ਕਰ ਰਹੇ ਨੇ ਉੱਥੇ ਤੁਸੀਂ ਰੱਖ ਸਕਦੇ ਪੁਲਿਸ ਕਸਟਡੀ ਨਹੀਂ ਰੱਖ ਸਕਦੇ ਤੁਸੀਂ, ਪੁਲਿਸ ਕਸਟਡੀ 'ਚ ਰੱਖ ਸਕਦੇ ਹੋ ਜੀ। ਇਸ ਕਰਕੇ ਜਿਹੜਾ ਤੁਸੀਂ ਰੱਖ ਸਕਦੇ ਹੋ ਰੱਖ ਕੇ ਤੇ ਉਹਦੀ ਤੁਸੀਂ ਜਿਹੜੀ ਵੇਖੋ ਜੀ ਉਹ 10 ਘੰਟੇ ਬਾਅਦ 8 ਘੰਟੇ ਬਾਅਦ ਜਦੋਂ ਉਹ ਸਹੀ ਹੁੰਦਾ ਵਾ ਫਿਰ ਉਹ ਆਪੇ ਬੋਲੂਗਾ ਕੀ ਨਹੀਂ ਕੀ ਨਹੀਂ ਹੈਗਾ। ਇਹ ਗੱਲ ਠੀਕ ਹੈ ਵੀ ਜਦੋਂ ਉਹ ਨਸ਼ੇ ਕਰਦੇ, ਨਸ਼ੇ ਦੇ ਜੋ ਮਰਜ਼ੀ ਕਰ ਲਓ, ਉਹਨਾਂ ਦਾ ਮਾਸੂਮ ਤੱਕ ਸੁੱਤਾ ਉਹਨਾਂ ਦਾ ਪਤਾ ਨਹੀਂ ਲੱਗਦਾ ਕੀ ਨਹੀਂ ਹੋਇਆ ਉਹਨਾਂ ਨੂੰ। ਜੀ ਇਸੇ ਕੇਸ ਦੇ ਵਿੱਚ ਜੇ ਕਿਤੇ ਐਸਜੀਪੀਸੀ ਵਾਲੀ ਗਲਤੀ ਨਾ ਕਰਦੇ ਤੇ ਮੇਰਾ ਖਿਆਲ ਸੀ ਵੀ ਸ਼ਾਇਦ ਇਹਦੇ ਵਿੱਚ ਇਹ ਤਾਂ ਕਹਿੰਦੇ ਗੱਲਾਂ ਵੀ ਆ ਰਹੀਆਂ, ਕਪੂਰਥਲੇ ਵਾਲੇ ਤਾਂ ਕਹਿੰਦੇ ਕਿਸੇ ਦਾ ਨਿੱਜੀ ਗੁਰਦੁਆਰਾ ਹੀ ਸੀ, ਕਹਿੰਦੇ ਇਹ ਵੀ ਨਵਾਂ ਰਿਵਾਜ ਚੱਲ ਪਿਆ ਜਿਵੇਂ ਬਾਹਰਲੇ ਦੇਸ਼ਾਂ 'ਚ ਨਿੱਜੀ ਗੁਰਦੁਆਰੇ ਨੇ ਲੋਕਾਂ ਦੇ। ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਬਿਲਕੁਲ ਠੀਕ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪੱਟੀ ਸਾਹਿਬ, ਮਿਹਰਬਾਨੀ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦ ਦਸਤੂਰ ਜਾਰੀ ਰਹੇਗਾ ਜੀ, ਤੇ ਥੋੜ੍ਹੀ ਦੇਰ ਬਾਅਦ ਨੀਲ ਭਲਿੰਦਰ ਜੀ ਮੇਰੇ ਨਾਲ ਜੁੜਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ।